रेडियो इंडिया KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 11 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਟੂ ਫਰਾਈਡੇ ਆਪ ਸਭ ਦੇ ਲਈ ਪੇਸ਼ ਕੀਤਾ ਜਾਂਦਾ ਹੈ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜੋ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਜਾਂ ਫਿਰ ਕਹਿ ਲਈਏ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। ਦੁਨੀਆ ਭਰ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਪ੍ਰੋਗਰਾਮ 'ਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਤੇ ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਆਪਣੇ ਸ਼ਹਿਰ ਤੋਂ। ਗੱਲ ਕਰਦੇ ਹਾਂ ਸਿਟੀ ਆਫ ਸਰੀ ਬਾਰੇ। ਕਾਉਂਸਲ ਦੀ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਡ ਆਫ ਕੰਡਕਟ ਜਿਹੜਾ ਬਾਈ ਲਾਅ ਆ ਉਹਨੂੰ ਮੁੜ ਤੋਂ ਰੀਕਨਸੀਡਰ ਕਰਨ ਤੇ ਵਿਚਾਰ ਕੀਤਾ ਜਾਊਗਾ। ਵੈਸੇ ਡਾਕਟਰ ਸਾਹਿਬ ਹੈ ਤਾਂ ਹਾਸੋ ਹੀ ਨਹੀਂ ਜੀ, ਥੋੜੀ ਗੱਲ ਲੱਗਦੀ ਆ ਕਿਉਂਕਿ ਜਿਹੜੇ ਆਪਣੇ ਮੇਅਰ ਸਾਹਿਬ ਨੇ ਡਗ ਮੈਕਲਮ ਜੀ ਉਹਨਾਂ ਨੇ ਇਸ ਕੋਡ ਆਫ ਕੰਡਕਟ ਨੂੰ ਅਥਾਰਟੇਰੀਅਨ ਕਹਿ ਕੇ ਇਹਨੂੰ ਰੱਦ ਕਰਤਾ ਸੀ, ਇਹਨੂੰ ਮਤਲਬ ਹਟਾ ਦਿੱਤਾ ਸੀਗਾ ਤੇ ਹੁਣ ਦੁਬਾਰਾ ਤੋਂ ਉਹੀ ਇਸ ਨੂੰ ਵਾਪਸ ਲਿਆਉਣਾ ਚਾਹ ਰਹੇ ਨੇ। ਇਹ ਜਿਹੜਾ ਸਾਰਾ ਮਸਲਾ ਇਹਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਜਿਹੜਾ ਕੋਡ ਆਫ ਕੰਡਕਟ ਯਾਨੀ اخلاق ਦੇ ਵਿੱਚ ਤੌਰ ਤੇ ਤੁਸੀਂ ਕਾਉਂਸਲਰ ਤੇ ਮੇਅਰ ਨੇ ਕੰਮ ਕਰਨਾ, ਇਹ ਸਾਰਿਆਂ ਤੇ ਲਾਇਆ, ਸਾਰੀਆਂ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਤੇ ਆ, ਜਿੰਨੀਆਂ ਸਰਕਾਰਾਂ ਉਹਨਾਂ ਤੇ ਆ। ਪਹਿਲਾਂ ਇਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੋਡ ਆਫ ਕੰਡਕਟ ਦੇ ਅਧੀਨ ਕੋਈ ਇਨਵੈਸਟੀਗੇਸ਼ਨ ਨਹੀਂ ਹੋਊਗੀ। ਜਨਵਰੀ ਦੇ ਵਿੱਚ ਇਹਨਾਂ ਨੇ ਲਿਆਂਦਾ ਸੀ ਪਹਿਲਾਂ। ਹਾਂਜੀ। ਉਸ ਵੇਲੇ ਰੌਲਾ ਰੱਪਾ ਜ਼ਿਆਦਾ ਪੈ ਗਿਆ, ਸੋ ਬੈਕ ਡਾਊਨ ਹੋ ਗਏ। ਪਰ ਅੱਜ ਕਿਉਂ ਆ ਰਿਹਾ ਇਹ? ਅੱਜ ਇਹ 11 ਅਪ੍ਰੈਲ ਨੂੰ ਇਹ ਸਭ ਤੋਂ ਇੰਪੋਰਟੈਂਟ ਸਵਾਲ ਤਾਂ ਆਹੀ ਆ। ਇਹ ਸਭ ਤੋਂ ਇੰਪੋਰਟੈਂਟ ਸਵਾਲ ਹੈ ਕਿ 15 ਤੋਂ ਸ਼ੁਰੂ ਕਰਨਾ, 15 ਤੋਂ ਲੈ ਕੇ ਇਲੈਕਸ਼ਨ ਡੇ ਤਾਈਂ ਇਹਨਾਂ ਤੇ ਕੋਈ ਕੋਡ ਆਫ ਕੰਡਕਟ ਨਹੀਂ ਲੱਗੂਗਾ। ਮਤਲਬ ਜੋ ਵੀ ਗੈਰ ਅਖਲਾਕੀ ਗੱਲ ਕਰਦੇ ਆ ਕੌਂਸਲ ਵਾਲੇ ਜਾਂ ਮੇਅਰ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਊਗੀ ਇੰਨੇ ਪੀਰੀਅਡ ਦੇ ਵਿੱਚ। ਮਤਲਬ ਮੇਅਰ ਸਾਹਿਬ ਨੇ ਸਹੁੰ ਖਾਧੀ ਕਿ ਕਲਾਕ ਦੀ ਗੱਲ ਤਾਂ ਉਹਨਾਂ ਨੇ ਕਰਨੀ ਕੋਈ ਨਹੀਂ। ਉਹਨਾਂ ਨੇ ਬਚਣ ਲਈ ਇਹ ਗੱਲ ਕੀਤੀ ਹੈ। ਪਹਿਲਾਂ ਜਨਵਰੀ 'ਚ ਕਰਦੇ ਸੀ, ਹੁਣ ਅੱਜ ਕਿਉਂ ਕਰ ਰਹੇ ਆ? ਕਿਉਂਕਿ ਅੱਜ ਮੇਅਰ ਦਾ ਮੁਕੱਦਮਾ ਸ਼ੁਰੂ ਹੋਣ ਲੱਗਾ ਦੂਜਾ ਜੀ। ਇਹ PR ਦੀ ਦੇਖੋ ਜਿਹੜੀ ਸਟ੍ਰੈਟਜੀ ਦੇਖੋ। PR ਵਾਲੇ ਹਮੇਸ਼ਾ ਚਾਹੁੰਦੇ ਹੁੰਦੇ ਕਿ ਦੇਖੋ ਹੁਣ ਲੋਕੀ ਗੱਲ ਕਰਨਗੇ ਇਹਨਾਂ ਦੇ ਮੁਕੱਦਮੇ ਦੀ। ਇਹਨਾਂ ਦਾ ਮੁਕੱਦਮਾ ਹੈਗਾ ਸੀਰੀਅਸ, ਉਹ ਹੈਗਾ ਪਹਿਲਾਂ ਜੇ ਤਾਂ ਕਰਾਊਨ ਨੇ ਪਰਸੂ ਨਹੀਂ ਕੀਤਾ ਪਰ ਉਹ ਇੰਡਾਈਟੇਬਲ ਅਫੈਂਸ ਵੀ ਆ ਜਿਹਦੇ ਵਿੱਚ ਜ਼ਿਆਦਾ ਸਜ਼ਾ ਹੋ ਸਕਦੀ ਹੈ। ਤਾਂ ਉਹਦੇ ਬਾਰੇ ਗੱਲਾਂ ਤੋਂ ਲੋਕਾਂ ਨੂੰ ਹਟਾਉਣ ਲਈ ਕੋਡ ਆਫ ਕੰਡਕਟ ਬਾਰੇ ਗੱਲਾਂ ਕਰਨ ਆਇਆ। ਫਰਾਈਡੇ ਦਾ ਇਹ ਗੱਲਾਂ ਜਿਹਨੂੰ ਵੀ ਮੈਂ ਮਿਲਦਾ ਉਹੀ ਕੋਡ ਆਫ ਕੰਡਕਟ ਦੀ ਗੱਲ ਕਰਦਾ। ਲੋਕਾਂ ਦਾ ਜਿਹੜਾ ਸਾਰਾ ਧਿਆਨ ਇੱਧਰ ਨੂੰ ਲਾਇਆ ਜਾ ਰਿਹਾ, ਇੱਧਰ ਨੂੰ ਲਾਇਆ, ਜਾਣ ਬੁੱਝ ਕੇ ਲਾਇਆ ਜੀ, ਕਿਉਂਕਿ ਅੱਜ ਵੈਸੇ ਉਹਨਾਂ ਦਾ ਮੁਕੱਦਮਾ ਸ਼ੁਰੂ ਆ ਜੀ। ਸੋ ਇਹ ਬੜੀ ਵਧੀਆ ਸਟ੍ਰੈਟਜੀ ਆ ਉਹਨਾਂ ਦੀ। ਵੈਸੇ ਵੀ ਡਾਕਟਰ ਸਾਹਿਬ ਜੇ ਆਪਾਂ ਖਬਰਾਂ ਵੀ ਦੇਖਦੇ ਆ ਨਾ, ਹਰ ਜਗ੍ਹਾ ਤੇ ਆਪਾਂ ਕੋਡ ਆਫ ਕੰਡਕਟ ਵਾਲੀ ਖਬਰ ਦੇਖ ਰਹੇ ਆ, ਆਪਾਂ ਮੇਅਰ ਸਾਹਿਬ ਦੇ ਮੁਕੱਦਮੇ ਵਾਲੀ ਖਬਰ ਨਹੀਂ ਦੇਖ ਰਹੇ ਹੈਗੇ। ਨਹੀਂ, ਉਹਦੇ ਬਾਰੇ ਨਹੀਂ। ਹੁਣ ਇਹ ਸਟ੍ਰੈਟਜੀ ਤਾਂ ਹੈ, ਚਲੋ ਕਿੰਨੀ ਕੁ ਚੱਲੂਗੀ ਕਿੰਨੀ ਕੁ ਨਹੀਂ ਚੱਲੂਗੀ, ਪਰ ਕਮ ਸੇ ਕਮ ਉਹ ਕੋਸ਼ਿਸ਼ ਤਾਂ ਕਰ ਰਹੇ ਆ ਜੀ ਕਿ ਦੇਖੋ ਕੋਡ ਆਫ ਕੰਡਕਟ ਤੁਸੀਂ ਕਹਿਣਾ ਕਿ ਲਾਗੂ ਨਹੀਂ ਹੋਣਾ ਚਾਹੀਦਾ 15 ਅਕਤੂਬਰ ਤਾਈਂ, ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀਆਂ। ਇਹਦਾ ਮਤਲਬ ਤੁਸੀਂ ਜੇ ਕੋਈ ਕਾਉਂਸਲਰ ਉਹਨਾਂ ਦਾ ਜਾਂ ਮੇਅਰ ਹਿਮਸੈਲਫ ਇਹ ਕੋਈ ਇੱਦਾਂ ਦੀ ਗੈਰ ਅਖਲਾਕੀ ਗੱਲ ਕਰਦੇ ਆ, ਤੁਸੀਂ ਕੰਪਲੇਂਟ ਨਹੀਂ ਕਰ ਸਕਦੇ ਇਸ ਵੇਲੇ। ਜੇ ਕਰੋਗੇ ਤਾਂ ਉਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ 15 ਅਕਤੂਬਰ ਤਾਈਂ। ਨਾਰਮਲੀ ਕੀ ਹੁੰਦਾ, ਵੈਸੇ ਸਿਟੀਜ਼ ਦੇ ਵਿੱਚ 2 ਮਹੀਨੇ ਪਹਿਲਾਂ ਸਾਰੀਆਂ ਸਿਟੀਜ਼ ਇੱਦਾਂ ਕਰਦੀਆਂ। ਵੈਸੇ ਉਹ 2 ਮਹੀਨੇ ਪਹਿਲਾਂ ਕੋਡ ਆਫ ਕੰਡਕਟ ਖਤਮ ਕਰ ਦਿੰਦੇ ਆ, ਮਤਲਬ ਇਨਵੈਸਟੀਗੇਸ਼ਨ ਖਤਮ ਕਰ ਦਿੰਦੇ ਆ, ਕਿਉਂਕਿ ਬਹੁਤੀਆਂ ਕੰਪਲੇਂਟਸ ਫ੍ਰਿਵਲਸ ਹੁੰਦੀਆਂ ਜੀ। ਐਵੇਂ ਛੋਟੀਆਂ ਛੋਟੀਆਂ ਗੱਲਾਂ ਜਾਣ ਬੁੱਝ ਕੇ ਕਰਦੇ ਆ ਤੁਹਾਡੇ ਓਪੋਨੈਂਟ ਕਿ ਕੋਈ ਨਾ ਕੋਈ ਖਬਰਾਂ ਦੇ ਵਿੱਚ ਹੀ ਸ਼ਾਇਦ ਆਊਗੀ, ਲੋਕਾਂ ਦੇ ਉਹ ਸੱਚੀ ਹੋਵੇ ਝੂਠੀ ਹੋਵੇ, ਛੋਟੀ ਹੋਵੇ ਵੱਡੀ ਹੋਵੇ,
ਉਹਦਾ ਲੋਕਾਂ 'ਚ ਇਮੇਜ ਬਣਾਉਣ ਲਈ ਹੁੰਦਾ ਕਿ ਸਟ੍ਰੈਟੇਜਿਸਟ ਕਹਿੰਦੇ ਹੁੰਦੇ ਆ ਕਿ ਆਪਣੇ ਵਿਰੋਧੀ ਤੇ ਇੰਨਾ ਚਿੱਕੜ ਸਿੱਟੋ ਉਹ ਸਾਫ਼ ਵੀ ਕਰਦਾ ਰਹੂਗਾ ਤਾਂ ਥੋੜਾ ਬਹੁਤਾ ਲੱਗੂਗਾ ਹੀ ਜੀ। ਸੋ ਇਹ ਹੁਣ ਤੋਂ ਪਹਿਲਾਂ ਕਹਿੰਦੇ ਸੀ ਜਨਵਰੀ ਤੋਂ, ਹੁਣ ਕਹਿ ਰਹੇ 15 ਅਪ੍ਰੈਲ ਤੋਂ ਅਕਤੂਬਰ ਤਾਈਂ, ਜਦੋਂ 6 ਮਹੀਨੇ ਜੋ ਕਰਦੇ ਰਹਿਣ ਉਹ ਠੀਕ ਹੈ। ਹੁਣ ਕੋਡ ਆਫ ਕੰਡਕਟ ਦੀ ਕੀ ਜ਼ਰੂਰਤ ਪਈ ਹੈ ਵੈਸੇ ਲਾਉਣ ਦੀ ਸਰਕਾਰਾਂ ਦੇ ਵਿੱਚ? ਹੁਣ ਲਾਅ ਬਣਾ ਰਹੇ ਆ ਵਿਕਟੋਰੀਆ ਦੇ ਵਿੱਚ, ਪਿਛਲੇ ਹਫ਼ਤੇ ਅਸੀਂ ਡਿਸਕਸ਼ਨ ਕੀਤੀ ਸੀ। ਹਾਂਜੀ। ਕਿ ਜੇ ਕਿਸੇ ਤੇ ਚਾਰਜ ਲੱਗੇ ਆ, ਜਿੱਦਾਂ ਮੇਅਰ ਤੇ ਚਾਰਜ ਲੱਗੇ ਆ, ਇਹ ਆਲਦੋ ਰੈਟਰੋਐਕਟਿਵ ਤਾਂ ਹੈ ਨਹੀਂ ਇਹ, ਪਰ ਜਿਹਦੇ ਤੇ ਚਾਰਜ ਲੱਗੇ ਆ ਵੈਸੇ ਇਹ ਆਮ ਗੱਲ ਹੈ ਕਿ ਤੁਹਾਡੇ ਤੇ ਚਾਰਜ ਲੱਗੇ ਆ, ਖਾਸ ਤੌਰ ਤੇ ਸੀਰੀਅਸ ਚਾਰਜ ਲੱਗੇ ਆ, ਤੁਸੀਂ ਇੱਕ ਪਾਸੇ ਹੋ ਕੇ ਬਹਿ ਜਾਓ ਜਿੰਨਾ ਚਿਰ ਕੋਰਟ ਫੈਸਲਾ ਨਹੀਂ ਦਿੰਦੀ। ਜੀ, ਮੋਰਲ ਰਿਸਪੌਂਸਿਬਿਲਿਟੀ ਨੂੰ ਸਮਝਣਾ ਚਾਹੀਦਾ। ਮੋਰਲ ਰਿਸਪੌਂਸਿਬਿਲਿਟੀ ਹੁੰਦੀ ਹੈ। ਜਿੱਦਾਂ ਹੁਣ ਅਸੀਂ ਮੋਰਲੀ ਅਸੀਂ ਘਰੋਂ ਕੀ ਸਿੱਖਦੇ ਹਾਂ ਵੀ ਕੋਈ ਬੰਦਾ ਤੁਰਿਆ ਜਾਂਦਾ ਉਹਦੇ ਮੂੰਹ ਤੇ ਨਾ ਥੁੱਕੋ। ਕੋਈ ਮਾਂ ਇਹ ਤਾਂ ਨਹੀਂ ਕਹਿੰਦੀ ਵੀ ਜਦੋਂ ਬੇਟਾ ਏਦਾਂ ਵੱਡਾ ਹੋ ਕੇ ਥੁੱਕੀ ਦਾ ਹੁੰਦਾ। ਕੋਈ ਤੁਹਾਨੂੰ ਕਿਤੇ ਨਹੀਂ ਸਿੱਖਦੇ, ਤੁਸੀਂ ਸਕੂਲੇ ਨਹੀਂ ਸਿੱਖਦੇ, ਘਰ ਨਹੀਂ ਸਿੱਖਦੇ, ਪਰ ਉਹ ਹੌਲੀ ਹੌਲੀ ਲੋਕੀ ਕਰਨ ਲੱਗ ਪਏ। ਉੱਦਾਂ ਪਹਿਲਾਂ ਲੋਕਾਂ ਨੂੰ ਸ਼ਰਮਿੰਦਾ ਕਰਦੇ ਰਹੇ ਆ, ਮਤਲਬ ਸੋਸਾਇਟੀ ਨੇ ਰੂਲ ਬਣਾਇਆ ਕਿ ਇਹ ਨਹੀਂ ਕੰਮ ਕਰਨਾ ਚਾਹੀਦਾ। ਫਿਰ ਇਵੈਂਚੁਅਲੀ ਉਹ ਕ੍ਰਿਮੀਨਲ ਕੋਡ ਦੇ ਵਿੱਚ ਆ ਹੁਣ ਲਿਖਿਆ। ਸਾਡੇ ਬਹੁਤੀਆਂ ਬਾਈ ਲਾਜ਼, ਬਹੁਤੀਆਂ ਸਿਟੀਜ਼ ਨੇ ਇਹ ਬਣਾਇਆ ਆ ਕਿ ਤੁਹਾਨੂੰ ਫੁੱਟਪਾਥ ਤੇ ਥੁੱਕਣਾ ਨਹੀਂ ਚਾਹੀਦਾ। ਵੈਸੇ ਤਾਂ ਇਹ ਅਕਲ ਵਾਲੀ ਗੱਲ ਹੈ, ਵੈਸੇ ਕੋਈ ਇਹ ਤੇ ਲਿਖਣ ਵਾਲੀ ਗੱਲ ਤਾਂ ਹੈ ਨਹੀਂ, ਪਰ ਇਵੈਂਚੁਅਲੀ ਉਸ ਕੋਡ ਆਫ ਕੰਡਕਟ ਨੂੰ ਤੁਸੀਂ ਕ੍ਰਿਮੀਨਲ ਕੋਡ ਦੇ ਵਿੱਚ ਲੈ ਕੇ ਜਾਣਾ, ਇਹਦਾ ਮਤਲਬ ਲੋਕੀ ਮੰਨ ਨਹੀਂ ਰਹੇ। ਜੀ। ਹੁਣ ਜੇ ਮੇਅਰ ਤੇ ਇੱਕ ਚਾਰਜ ਲੱਗਾ ਸੀ, ਸੀਰੀਅਸ ਚਾਰਜ ਆ ਜੀ, ਇੰਡਾਈਟੇਬਲ ਅਫੈਂਸ ਆ, ਉਦੋਂ ਬਾਅਦ ਸਿੰਪਲ ਗੱਲ ਇੰਨੀ ਸੀ ਕਿ ਤੁਸੀਂ ਇੱਕ ਪਾਸੇ ਹੋ ਕੇ ਬਹਿ ਜਾਓ, ਉਨਾ ਚਿਰ ਮੈਂ ਮੇਅਰ ਦਾ ਆਫਿਸ ਨਹੀਂ ਰਨ ਕਰਨਾ ਜਿੰਨਾ ਦੇਰ ਇਨਵੈਸਟੀਗੇਸ਼ਨ ਆਪਣਾ, ਜਿੰਨਾ ਚਿਰ ਟਰਾਇਲ ਨਹੀਂ ਓਵਰ ਹੁੰਦਾ। ਜਿਸ ਦਿਨ ਜੱਜ ਨੇ ਕਹਿਤਾ ਕਿ ਤੁਸੀਂ ਨਹੀਂ ਦੋਸ਼ੀ, ਉਸ ਦਿਨ ਤੁਸੀਂ ਆਪਣੇ ਆਫਿਸ ਦੇ ਵਿੱਚ ਵਾਪਸ ਆ ਜਾਓ। ਪੇ ਮਿਲਦੀ ਰਹਿੰਦੀ ਹੈ, ਇਹਦੀ ਕੋਈ ਇਸ਼ੂ ਨਹੀਂ ਹੁੰਦੀ। ਵੈਸੇ ਵੀ ਮੇਅਰ ਤੇ ਕਾਉਂਸਲਰਜ਼ ਨੂੰ ਪੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਉਹਨਾਂ ਨੂੰ ਤੇਰੇ ਮਿਲੀ ਜਾਂਦੇ ਆਲੇ ਦੁਆਲੇ। ਹੁਣ ਡਾਕਟਰ ਸਾਹਿਬ, ਜਿਵੇਂ ਹੁਣੇ ਤੁਸੀਂ ਗੱਲ ਕੀਤੀ ਹੈ ਕਾਉਂਸਲਰਸ ਦੀ, ਬ੍ਰੈਂਡਾ ਲੌਕ ਦਾ ਸਟੈਂਡ ਦੱਸੋ ਮੈਨੂੰ, ਕਿਉਂਕਿ ਜਦੋਂ ਵੀ ਕੋਈ ਇਹ ਚੀਜ਼ ਲੈ ਕੇ ਆਉਂਦੇ ਤਾਂ ਬ੍ਰੈਂਡਾ ਲੌਕ ਹਮੇਸ਼ਾ ਇਹਨਾਂ ਦੇ ਅਗੇਂਸਟ ਹੁੰਦਾ। ਉਹਦਾ ਇਸ ਮਸਲੇ ਦੇ ਉੱਪਰ ਉਹਨਾਂ ਦਾ ਕੀ ਸਟੈਂਡ ਆ? ਉਹ ਹੱਸਦੀ ਸੀ ਉਦੋਂ ਵੀ, ਕਹਿੰਦੀ ਪਹਿਲਾਂ ਇਹਨਾਂ ਨੇ ਜਨਵਰੀ 'ਚ ਕੋਸ਼ਿਸ਼ ਕੀਤੀ ਵੀ ਕਦੇ ਇਦਾਂ ਵੀ ਹੁੰਦੀ ਹੈ ਵੀ ਤੁਸੀਂ ਕਹੋ ਜਿੱਦਾਂ ਇੱਥੇ ਕੋਡ ਆਫ ਕੰਡਕਟ ਲਵਾਉਂਦੇ ਆ, ਇੱਕ ਤੁਸੀਂ ਹੈਲਥ ਇੰਸਪੈਕਟਰ ਹੋ, ਵੈਸੇ ਉਹਨੂੰ ਕਹਿਣ ਦੀ ਲੋੜ ਨਹੀਂ ਹੈ। ਜੇ ਹੈਲਥ ਇੰਸਪੈਕਟਰ ਨੂੰ ਆ 128 ਸਟਰੀਟ ਦਿੱਤੀ ਹੋਵੇ ਕਿ ਇੱਥੇ ਜਿੰਨੇ ਰੈਸਟੋਰੈਂਟ ਆ ਤੂੰ ਚੈੱਕ ਕਰਨੇ, ਚੈੱਕ ਕੀ ਕਰਨਾ ਹੈ? ਚੈੱਕ ਕਰਨਾ ਕਿ ਹੈਲਥ ਵਾਇਲੇਸ਼ਨ ਤਾਂ ਨਹੀਂ ਕਰਦੇ। ਪਰ ਉਹਨਾਂ ਦੇ ਜਾ ਕੇ ਪਕੌੜੇ ਖਾਵੇ, ਉਹਨਾਂ ਦੇ ਜਾ ਕੇ ਕੇਟਰਿੰਗ ਕਰਵਾ ਕੇ, ਉਹਨਾਂ ਦੇ ਜਾ ਕੇ ਡਿਨਰ ਕਰੇ, ਉਹਨਾਂ ਨੂੰ ਕਿ ਇਹ ਵੀ ਕਹੇ ਮੇਰੇ ਘਰ ਵੀ ਛੱਡ ਆਓ ਥੋੜਾ ਜਿਹਾ, ਤੇ ਇਹ ਕੋਡ ਆਫ ਕੰਡਕਟ ਉਹ ਕ੍ਰਿਮੀਨਲ ਬਣਾਉਣ ਦੀ ਲੋੜ ਪੈਣੀ ਆ ਉਹਨੂੰ ਜੀ। ਕਿਉਂਕਿ ਇਹ ਹੁਣ ਮੇਅਰ ਤੇ ਕੌਂਸਲ ਇਹ ਕਹਿ ਰਹੇ ਆ ਕਿ ਅਸੀਂ ਜੋ ਵੀ ਕਰੀਏ ਅਗਲੇ 6 ਮਹੀਨੇ ਜੋ ਵੀ ਗੈਰ ਅਖਲਾਕੀ ਕਰੀਏ, ਅਸੀਂ ਉਹ ਗੱਲਾਂ ਤੁਸੀਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ, ਇਗਨੋਰ ਹੀ ਕਰ ਦੋ ਸਾਰਾ ਕੁਝ। ਸੋ ਬ੍ਰਿੰਡਾ ਲੌਕ ਇਸ ਗੱਲ ਤੇ ਹੱਸਦੀ ਸੀ ਵੀ ਇਦਾਂ ਵੀ ਕਦੇ ਹੁੰਦੀ ਹੈ, ਤਾਂ ਹੀ ਤਾਂ ਕੋਡ ਆਫ ਕੰਡਕਟ ਲਾਇਆ ਜੀ। ਜੇ ਤੁਸੀਂ ਇਹ ਗੱਲ ਇਹ ਤੋਂ ਬਿਨਾਂ ਵੀ ਸਰ ਸਕਦਾ ਸੀ, ਸਰਕਾਰਾਂ ਨੇ ਬਹੁਤ ਚਿਰ ਸਾਰਿਆ ਇਸ ਗੱਲ ਤੋਂ ਬਿਨਾਂ, ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਨੇ ਬਹੁਤ ਚਿਰ ਸਾਰਿਆ ਇਸ ਤੋਂ ਪਹਿਲਾਂ, ਪਰ ਜਦੋਂ ਹਟੇ ਹੀ ਨਹੀਂ ਲੋਕੀ, ਫਿਰ ਉਹਨਾਂ ਨੇ ਕੋਡਸ ਆਫ ਕੰਡਕਟ ਲੈਣ ਦੇ। ਜਸਟਨ ਟਰੂਡੋ ਗਿਆ ਆਗਾ ਖਾਨ ਦੇ ਕੋਲ ਮੁਫਤ ਦੀਆਂ ਵਕੇਸ਼ਨ, ਉੱਥੇ ਉਹਦੀ ਵਾਈਫ ਤੇ ਉਹਦੇ ਬੱਚੇ ਉਹਨਾਂ ਨੂੰ ਹੈਲੀਕਾਪਟਰ ਦੀ ਰਾਈਡ ਦੇ ਰਹੇ ਆ, ਉਹਦੇ ਆਈਲੈਂਡ ਤੇ ਤੁਰੇ ਫਿਰਦੇ ਆ। ਅੱਛਾ, ਉਹੀ ਬੰਦਾ ਆ ਜਿਹੜਾ ਕਿ ਟੈਕਸ ਪੇਅਰ ਦੇ ਸਾਡੇ ਉਹਦੀਆਂ ਜਿਹੜੀਆਂ ਚੈਰਿਟੀਜ਼ ਆ ਉਹ ਪੈਸੇ ਲੈਂਦੀਆਂ ਜੀ। ਤਾਂ ਹੀ ਤਾਂ ਕੋਡ ਆਫ ਕੰਡਕਟ ਲਾਇਆ ਕਿ ਭਾਈ ਤੁਸੀਂ ਆਪਣੀ ਪੋਜੀਸ਼ਨ ਸਮਝੋ। ਇਹ ਤੁਹਾਡੀ ਪੋਜੀਸ਼ਨ ਇਹ ਨਹੀਂ ਹੈ ਕਿ ਇੱਕ ਲਾਇਰ ਆ ਉਹਦੀ ਪੋਜੀਸ਼ਨ ਹੈ, ਕੋਈ ਉਹ ਤੋਂ ਐਕਸਪੈਕਟ ਕਰ ਸਕਦੇ ਆ ਕਿ ਇਹ ਆਪਣੇ ਲਾਅ ਦੇ ਹਿਸਾਬ ਦੇ ਨਾਲ ਚੱਲੂਗਾ, ਤੇ ਉਹ ਬਾਹਰ ਖੜਾ ਹੋਵੇ, ਉਹ ਕਹਿੰਦਾ ਫਿਰੇ ਲੋਕਾਂ ਨੂੰ
ਕਿ ਮੈਨੂੰ ਤੁਸੀਂ $10,000 ਦਿਓ, ਮੈਂ ਤੁਹਾਡੀ ਫਲਾਣੇ ਜੱਜ ਨਾਲ ਗੱਲ ਕਰਾਉਣਾ, ਤੇ ਉਹ ਕੋਡ ਆਫ ਕੰਡਕਟ ਫਿਰ ਲਾਉਣਾ ਹੀ ਪੈਣਾ ਨਾ ਜੀ। ਬਿਲਕੁਲ। ਤੇ ਇਸੇ ਤਰ੍ਹਾਂ ਇਹਨਾਂ ਦੇ ਕੋਡ ਆਫ ਕੰਡਕਟ ਸਿਟੀ ਹਾਲ ਤੇ ਲਾਇਆ ਆ ਕਿ ਤੁਸੀਂ ਕੁਝ ਗੱਲਾਂ ਨਹੀਂ ਕਰ ਸਕਦੇ। ਹੁਣ ਇੱਕ ਹੋਟਲ ਹੋਵੇ ਸਿਟੀ ਆਫ ਸਰੀ ਦੇ ਵਿੱਚ, ਜਿਨ੍ਹਾਂ ਨੇ ਐਕਸਟੈਂਸ਼ਨ ਕਰਾਉਣ ਲਈ ਐਪਲੀਕੇਸ਼ਨ ਕੀਤੀ ਹੈ ਸਿਟੀ ਆਫ ਕੌਂਸਲ ਦੇ ਵਿੱਚ, ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਹੋਵੇ ਜੇ ਕੌਂਸਲਰ ਕੋਈ ਆਉਂਦਾ ਜਾਂ ਮੇਅਰ ਕੋਈ ਆਉਂਦਾ ਹੈ ਉਹਨਾਂ ਨੂੰ 90% ਡਿਸਕਾਊਂਟ ਦੇਵਾਂਗੇ। ਹੁਣ ਉਹਨਾਂ ਦੇ ਹੋਟਲਾਂ 'ਚ ਜਾ ਕੇ ਠਹਿਰਦੇ ਹੋਣ, ਤੇ ਇਹ ਇਸੇ ਕਰਕੇ ਕੋਡ ਆਫ ਕੰਡਕਟ ਲੱਗਾ ਹੈ ਜੀ ਵੀ ਤੁਸੀਂ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਜਿਨ੍ਹਾਂ ਤੇ ਤੁਸੀਂ ਫੈਸਲਾ ਕਰਦੇ ਆ ਜੀ। ਹਾਂ, ਪਰਸਨਲੀ ਤੁਹਾਡੀ ਲਾਈਫ ਹੈ, ਪ੍ਰਾਈਵੇਟ ਲਾਈਫ ਹੈ, ਤੁਸੀਂ ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਕਾਫੀ ਪੀਓ, ਜਿੱਥੋਂ ਮਰਜ਼ੀ ਖਾਓ। ਇਹ ਕੋਡ ਆਫ ਕੰਡਕਟ ਪੁਲਿਸ ਨੂੰ ਤੁਹਾਨੂੰ ਇਹਨਾਂ ਦੇ ਲਾਉਣਾ ਪਿਆ ਕਿਉਂਕਿ ਇਹਨਾਂ ਨੂੰ ਆਦਤ ਪੈ ਗਈ ਸੀ ਕਿ ਕਾਫੀ ਸ਼ਾਪ ਦੇ ਵਿੱਚ ਜਾ ਕੇ ਕਾਫੀ ਵੀ ਪੀਣੀ ਤਾਂ ਡੋਨਟ ਵੀ ਮੁਫਤ ਦੇ ਖਾਣੇ ਆ। ਤੇ ਉਹ ਦੱਸਣਾ ਪਿਆ ਇਹਨਾਂ ਨੂੰ ਵੀ ਇਹ ਕੰਮ ਨਾ ਕਰੋ ਭਾਈ, ਤੁਹਾਨੂੰ ਪ੍ਰੋਟੈਕਸ਼ਨ ਲਈ ਸੱਦਿਆ ਹੈ, ਇੱਥੇ ਤੁਹਾਨੂੰ ਤਨਖਾਹ ਦਿੰਦੀ ਹੈ ਸਰਕਾਰ, ਤਨਖਾਹ ਕਿਸ ਕੰਮ ਦੀ ਨਹੀਂ। ਇਸੇ ਤਰ੍ਹਾਂ ਕੌਂਸਲਰ ਨੂੰ ਤਾਂ ਮੇਅਰ ਨੂੰ ਤਨਖਾਹ ਮਿਲਦੀ ਹੈ ਜੀ। ਬਿਲਕੁਲ। ਤੇ ਜੇ ਉਹ ਐਕਸਟਰਾ ਪੈਸੇ ਬਣਾਉਣ ਲਈ ਇੱਧਰ ਨੂੰ ਕਰਦੇ ਆ, ਨੱਠਦੇ ਆ, ਤਾਂ ਉਹ ਲਈ ਕੋਡ ਆਫ ਕੰਡਕਟ ਲਾਉਣਾ ਪੈਂਦਾ। ਕਈ ਵਾਰੀ ਫਿਰ ਉਹਨੂੰ ਕ੍ਰਿਮੀਨਲ ਕੋਡ ਦੇ ਵਿੱਚ ਪਾਉਣਾ ਪੈਂਦਾ ਹੈ। ਜਿਹੜੀ ਉਹਨਾਂ ਤੇ ਚਾਰਜ ਲੱਗਾ ਆ ਉਹਨੂੰ ਮਤਲਬ ਉਹ ਤੋਂ ਗੱਲਬਾਤ ਪਰੇ ਕਰਨ ਲਈ ਇਹਨਾਂ ਨੇ ਅੱਜ ਲਿਆਉਣਾ ਬਾਈ ਲਾਜ਼, ਪਰ ਮੇਰਾ ਖਿਆਲ ਨਹੀਂ ਇਹ ਸਕਸੈਸਫੁਲ ਹੋਣਗੇ। ਠੀਕ ਹੈ, ਲੋਕੀ ਉਹਦੇ ਬਾਰੇ ਵੀ ਗੱਲ ਕਰਨਗੇ, ਇਹਦੇ ਬਾਰੇ ਵੀ ਗੱਲ ਕਰਨਗੇ, ਮੇਰਾ ਡਬਲ ਗੱਲਬਾਤ ਹੋਊਗੀ ਇਹਨਾਂ ਦੀ। ਇੱਕ ਫ੍ਰੈਂਚ ਲੈਂਗੁਏਜ ਕੋਰਸ ਹੈ ਜੀ ਜਿਸ ਨੂੰ ਕਿਊਬੈਕ ਸਰਕਾਰ ਦੁਆਰਾ ਫੰਡ ਮਿਲਦਾ ਹੈ, ਕਿਊਬੈਕ ਸਰਕਾਰ ਦੁਆਰਾ ਫੰਡਡ ਹੈ। ਉਸ ਕੋਰਸ ਦੇ ਵਿੱਚ ਏਸ਼ੀਅਨ ਲੋਕਾਂ ਨੂੰ ਲੈ ਕੇ ਰੇਸਿਸਟ ਧਾਰਨਾਵਾਂ ਨੂੰ ਦਰਸਾਉਂਦੀਆਂ ਵਰਕਸ਼ੀਟਸ ਦੇ ਕੁਝ ਅੰਸ਼ ਜਿਹੜੇ ਹੈਗੇ ਉਹ ਸਾਹਮਣੇ ਆਏ ਆ। ਆਨਲਾਈਨ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ, ਖਾਸ ਕਰਕੇ ਜਿਹੜੇ ਏਸ਼ੀਅਨ ਕਿਊਬੈਕਰਸ ਹੈਗੇ ਨੇ ਉਹਨਾਂ ਨੇ ਕਾਫੀ ਜ਼ਿਆਦਾ ਨਿੰਦਾ ਕੀਤੀ ਆ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕੈਨੇਡਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਐਥਨਿਕ ਗਰੁੱਪਸ ਦੇ ਖਿਲਾਫ ਨਸਲਵਾਦ ਕਦੇ ਨਾ ਕਦੇ ਆਉਂਦਾ ਹੀ ਰਹਿੰਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿੱਦਾਂ ਚਾਈਨੀਜ਼ ਕੈਨੇਡੀਅਨਸ ਨੂੰ ਇਹਨਾਂ ਨੇ ਟਾਰਗੇਟ ਕੀਤਾ ਕੋਵਿਡ ਦੇ ਦੌਰਾਨ ਕਿ ਤੁਸੀਂ ਕੋਵਿਡ ਲੈ ਕੇ ਆਏ। ਹਾਂਜੀ। ਰਸ਼ੀਅਨ ਕੈਨੇਡੀਅਨਸ ਨੂੰ ਇਸ ਵੇਲੇ ਜੀਣਾ ਮੁਸ਼ਕਲ ਹੋਇਆ ਹੈ ਕਿਉਂਕਿ ਰਸ਼ੀਆ ਵਾਲਿਆਂ ਨੇ ਹਮਲਾ ਕਰ ਦਿੱਤਾ ਜੀ। ਸੋ ਚਾਈਨੀਜ਼ ਕੈਨੇਡੀਅਨਸ ਦੇ ਜਿਹੜਾ ਹੋਮਵਰਕ ਦਾ ਪੇਜ ਹੈ ਨਾ ਉਹਨਾਂ ਨੂੰ ਬੱਚਿਆਂ ਨੂੰ ਦਿੱਤਾ, ਇੱਕ ਇੰਗਲਿਸ਼ ਫ੍ਰੈਂਚ ਸਿਖਾਲਣ ਵਾਲਾ ਕੋਰਸ ਹੈ। ਉਹਦੇ ਵਿੱਚ ਇੱਕ ਚਾਈਨੀਜ਼ ਬੰਦੇ ਦੀ ਉਹਨਾਂ ਨੇ ਫੋਟੋ ਵਾਹੀ ਹੈ ਵੈਸੇ, ਹਾਂਜੀ, ਤੇ ਉਹਦੇ ਨਾਲ ਲਿਖਿਆ ਹੈ ਕਿ ਛੋਟੀਆਂ ਅੱਖਾਂ ਵਾਲਾ ਜੀ। ਉਹਨਾਂ ਦਾ ਦਿੱਤਾ ਹੈ ਵੀ ਸਾਰੇ ਚਾਈਨੀਜ਼ ਲੋਕਾਂ ਦੀਆਂ ਛੋਟੀਆਂ ਅੱਖਾਂ ਹੁੰਦੀਆਂ। ਤਾਂ ਫਿਰ ਇੱਕ ਵਾਰਤਾਲਾਪ ਆ ਉਹਨੂੰ ਟਰਾਂਸਲੇਟ ਕਰਨ ਨੂੰ ਦਿੱਤਾ ਹੈ ਲੋਕਾਂ ਨੂੰ। ਦੋ ਜਾਣੇ ਬੰਦੇ ਗੱਲਾਂ ਕਰਦੇ ਆ ਐਥਨਿਕ ਫੂਡ ਦੀਆਂ, ਤੇ ਇੱਕ ਫਿਰ ਉਹਨਾਂ ਦੇ ਵਿੱਚੋਂ ਪੁੱਛਦਾ ਹੈ ਕਿ ਤੁਸੀਂ ਚਾਈਨੀਜ਼ ਫੂਡ ਖਾਣਾ ਪਸੰਦ ਕਰੋਗੇ? ਉਹ ਕਹਿੰਦਾ ਮੈਂ ਬਿੱਲੀਆਂ ਨਹੀਂ ਖਾਂਦਾ। ਮਤਲਬ ਉਹ 'ਚ ਇੰਪਲੀਕੇਸ਼ਨ ਇਹ ਦਿੱਤੀ ਕਿ ਚਾਈਨੀਜ਼ ਲੋਕ ਬਿੱਲੀਆਂ ਖਾਂਦੇ। ਹਾਂਜੀ। ਇਹਦੇ ਵਿੱਚ ਕਲਚਰਲ ਸੈਂਸਿਟਿਵਿਟੀ ਹੋਣੀ ਚਾਹੀਦੀ ਆ ਉਸ ਟੀਚਰ ਨੂੰ ਜਾਂ ਉਸ ਸਕੂਲ ਬੋਰਡ ਨੂੰ ਦੇਣੀ ਚਾਹੀਦੀ ਹੈ ਕਿ ਜਿਨ੍ਹਾਂ ਨੂੰ ਜਿਹੜੇ ਉੱਥੇ ਪੜ੍ਹਾਉਂਦੇ ਆ ਕਿ ਤੁਹਾਨੂੰ ਵੱਖ-ਵੱਖ ਕਲਚਰਸ ਕੀ ਕਰਦੇ ਆ, ਕਿੱਦਾਂ ਉਹਨਾਂ ਨੂੰ ਪੇਸ਼ ਕਰਦੇ ਆ। ਇਹਦਾ ਅਸਰ ਉਹਨਾਂ ਬੱਚਿਆਂ ਤੇ ਹੁੰਦਾ ਜਿਹੜੇ ਹੋਮਵਰਕ ਲੈ ਕੇ ਗਏ ਘਰ ਨੂੰ ਜੀ। ਅੱਗੇ ਪਿੱਛੇ ਜਿਹੇ ਗੱਲ ਚੱਲੀ ਸੀ, ਉੱਥੇ ਦੋ ਕਾਲਿਆਂ ਦੀ ਫੋਟੋ ਲਾਈ ਸੀ, ਵੈਸੇ ਉਹ ਕਾਰਟੂਨਸ ਹੀ ਪਾਏ ਸੀ ਉਹਨਾਂ ਨੇ, ਇੱਕ ਨੌਜਵਾਨ ਮੁੰਡੇ ਦੀ ਤੇ ਇੱਕ ਕੋਈ ਬੁੱਢੀ ਔਰਤ ਹੈ ਕਾਲੀ, ਉਹਦੇ ਹੱਥ 'ਚ AK-47 ਫੜਾਈ ਹੈ ਤੇ ਮੁੰਡੇ ਨੇ ਉਹ ਦੂਸਰੀ ਪੈਂਟ ਢਿੱਲੀ ਜਿਹੀ ਪਾਈ ਹੈ। ਤਾਂ ਉਹਨਾਂ ਦੇ ਉੱਤੇ ਕੈਪਸ਼ਨ ਲਿਖਿਆ ਹੈ ਕਿ ਇਹਨਾਂ ਦੇ ਵਿੱਚੋਂ ਟੈਰਰਿਸਟ ਕੌਣ ਹੈ। ਮਤਲਬ ਇਕੱਲੇ ਕਾਲੇ ਹੀ ਹੋ ਸਕਦੇ। ਨਾਰਵੇ ਦੇ ਵਿੱਚ ਇੱਕ ਬੰਦੇ ਨੇ 25 ਬੰਦੇ ਮਾਰੇ, ਉਹ ਕ੍ਰਿਸਚੀਅਨ ਬੰਦਾ ਸੀ, ਵਾਈਟ ਬੰਦਾ ਸੀ ਜੀ, ਤਾਂ ਉਹ ਟੈਰਰਿਸਟ ਨਹੀਂ ਜੀ। ਬਿਲਕੁਲ। ਸੋ ਇਹ ਹੈਗਾ ਅਕਸ ਕ੍ਰੀਏਟ ਕਰਨਾ।
ਇੱਕ ਇਮੇਜ ਬਣਾ ਦਿੰਦੇ ਆ, ਇਮੇਜ ਬਣਾ ਦੇਣਾ ਕਿ ਇਹ ਲੋਕ ਇਦਾਂ ਦੇ ਹੀ ਹੁੰਦੇ ਆ ਤੇ ਨੈਰੇਟਿਵ ਵੀ ਸੈੱਟ ਕਰ ਦਿੰਦੇ ਆ ਪੂਰਾ। ਹਰ ਚੀਜ਼ ਜਦੋਂ ਪ੍ਰਾਪੇਗੈਂਡਾ ਕਰਨਾ ਹੈ ਤੁਸੀਂ, ਤਰੀਕਾ ਹੈ ਨਾ ਕਰਨ ਦਾ ਜੀ, ਉਹ ਲੋਕਾਂ ਦੇ ਮਨ ਦੇ ਵਿੱਚ ਬਿਠਾਉਣ ਦੀ ਗੱਲ ਹੈ ਕਿ ਇਹ ਲੋਕ ਇਦਾਂ ਦੇ ਹੁੰਦੇ ਆ। ਇੱਥੇ ਜਦੋਂ ਹੁਣ ਤਾਂ ਸਾਡੇ ਬੰਦੇ ਆਪਸ ਵਿੱਚ ਹੀ ਖਰੀਦੀ ਜਾਂਦੇ ਆ ਘਰ। ਪਹਿਲਾਂ ਆਏ ਸੀ ਤਾਂ ਲੋਕੀ ਜਿਹੜੇ ਗੋਰੇ ਤੁਹਾਡਾ ਘਰ ਨਹੀਂ ਸੀ ਲੈਂਦੇ ਹੁੰਦੇ, ਵੀ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਤਰੀ ਬਣਾਉਨੇ ਆ ਅਸੀਂ, ਵੀ ਉਹ ਮੁਸ਼ਕ ਕੰਧਾਂ 'ਚ ਵੀ ਵੜਿਆ ਹੈ। ਇਹ ਅਕਸਰ ਗੱਲ ਕਹਿੰਦੇ ਹੁੰਦੇ ਸੀ, ਮਤਲਬ ਕੰਧਾਂ ਦੇ ਵਿੱਚ ਕਿੱਦਾਂ ਵੜ ਗਿਆ। ਹਾਂਜੀ ਇਹ ਮਨ ਦੇ ਵਿੱਚ ਹੁਣ ਤਰੀ ਵਾਲੀਆਂ ਦੁਕਾਨਾਂ ਲੱਭਦੇ ਫਿਰਦੇ ਆ ਕਿ ਸਾਨੂੰ ਕੋਈ ਨਾ ਕੋਈ ਕਰੀ ਵਾਲੀ ਦੁਕਾਨ ਦੱਸੋ ਜੀ। ਹੁਣ ਲੋਕਾਂ ਦਾ ਖਾਣਾ ਤਾਂ ਕਈ ਵਾਰੀ ਤੁਹਾਨੂੰ ਦੂਸਰੇ ਐਥਨਿਕ ਗਰੁੱਪ ਦਾ ਖਾਣਾ ਸਵਾਦ ਨਹੀਂ ਲੱਗਦਾ ਕਿਉਂਕਿ ਅਸੀਂ ਉਹ ਖਾਧਾ ਨਹੀਂ ਹੁੰਦਾ ਜੀ। ਜਦੋਂ ਤੁਸੀਂ ਖਾਓਗੇ ਤਾਂ ਹੀ ਪਤਾ ਲੱਗੂ। ਹਾਂਜੀ, ਜੇ ਤੁਸੀਂ ਇੱਕ ਹੀ ਜਗ੍ਹਾ ਤੇ ਬੈਠੇ ਇੱਕ ਹੀ ਫੂਡ ਖਾਧਾ ਆ, ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਹੋਰ ਵੀ ਚੀਜ਼ ਹੁੰਦੀਆਂ ਜੀ। ਤੇ ਇਹ ਇਸ ਤਰ੍ਹਾਂ ਦਾ ਅਕਸ ਜਿਹੜਾ ਕ੍ਰੀਏਟ ਕਰਨਾ, ਖਾਸ ਤੌਰ ਤੇ ਐਜੂਕੇਟਰਸ ਵੱਲੋਂ, ਇੱਕ ਟੀਚਰ ਵੱਲੋਂ, ਇੱਕ ਸਕੂਲ ਬੋਰਡ ਵੱਲੋਂ, ਤਾਂ ਉਹਦਾ ਮਨ ਤੇ ਬੱਚਿਆਂ ਦੇ ਕੀ ਅਸਰ ਪਊਗਾ ਉਹ 'ਚ ਦੇਖਣ ਵਾਲੀ ਗੱਲ ਹੈ ਜੀ। ਔਰ ਖਾਸ ਤੌਰ ਤੇ ਕਿਊਬੈਕ ਦੀ ਸਰਕਾਰ ਕਹਿੰਦੀ ਹੈ ਅਸੀਂ ਇੰਟਰਕਲਚਰਲਿਜ਼ਮ, ਉਹ ਮਲਟੀਕਲਚਰਲ ਸ਼ਬਦ ਨਹੀਂ ਯੂਜ਼ ਕਰਦੇ, ਇੰਟਰਕਲਚਰਲ ਕਰਦੇ। ਉਹ ਕਹਿੰਦੇ ਕਿ ਫ੍ਰੈਂਚ ਕਲਚਰ ਜਿਹੜਾ ਫ੍ਰੈਂਚ ਲੈਂਗੁਏਜ ਹੈ ਸਭ ਤੋਂ ਉੱਪਰ ਹੈ ਤਾਂ ਬਾਕੀ ਦੇ ਸਭ ਬਰਾਬਰ ਹੈ। ਪਰ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਕਦੇ ਕਾਲਿਆਂ ਦਾ, ਕਦੇ ਚਾਈਨੀਜ਼ ਦਾ, ਇਦਾਂ ਦਾ ਆਉਂਦਾ ਹੀ ਰਹਿੰਦਾ ਜੀ। ਸੋ ਬਰਾਬਰ ਤਾਂ ਉਹ ਵੀ ਨਹੀਂ ਹੈ, ਪਰ ਆਪਣੇ ਆਪ ਨੂੰ ਹਮੇਸ਼ਾ ਉਹ ਦੂਜਿਆਂ ਨੂੰ ਉੱਪਰ ਸਮਝਦੇ ਆ ਜੀ। ਡਾਕਟਰ ਸਾਹਿਬ, ਜਿਵੇਂ ਹੁਣੇ ਤੁਸੀਂ ਗੱਲ ਕੀਤੀ ਆ ਫ੍ਰੈਂਚ ਲੈਂਗੁਏਜ ਬਾਰੇ, ਜਿਹੜੀ ਅਗਲੀ ਖਬਰ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦੀ ਆ, ਉਹਦਾ ਸਬੰਧ ਵੀ ਜੀ ਹੈਗਾ ਆ ਫ੍ਰੈਂਚ ਲੈਂਗੁਏਜ ਦੇ ਨਾਲ ਹੀ। ਤੁਹਾਨੂੰ ਯਾਦ ਹੋਣਾ ਕਿ 에ਅਰ ਕੈਨੇਡਾ ਦੇ CEO ਵੱਲੋਂ ਫ੍ਰੈਂਚ ਭਾਸ਼ਾ ਤੇ ਇੱਕ ਟਿੱਪਣੀ ਕੀਤੀ ਗਈ ਸੀ। ਉਹਦੇ ਤੋਂ ਬਾਅਦ ਕਾਫੀ ਜ਼ਿਆਦਾ ਵਾਦ ਵਿਵਾਦ ਹੋ ਗਿਆ, ਫਿਰ ਉਹਨਾਂ ਨੇ ਮਾਫੀ ਵੀ ਮੰਗ ਲਈ ਸੀ। ਉਸ ਤੋਂ ਬਾਅਦ ਉਹਦੇ ਨੇ ਇਹ ਵੀ ਕਹਿ ਦਿੱਤਾ ਸੀ ਕਿ ਉਹ ਹੁਣ ਫ੍ਰੈਂਚ ਲੈਂਗੁਏਜ ਜੋ ਆ ਉਹ ਲਰਨ ਕਰ ਰਹੇ ਨੇ, ਸਿੱਖ ਰਹੇ ਨੇ। ਤੇ ਹੁਣ ਲੈਂਗੁਏਜ ਕਮਿਸ਼ਨ ਦਾ ਕਹਿਣਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਕੰਪਲੇਂਟਸ ਮਿਲੀਆਂ ਨੇ। ਕੰਪਲੇਂਟਸ ਦੀ ਉਹਨਾਂ ਨੇ ਐਕਚੁਅਲੀ ਗਿਣਤੀ ਵੀ ਦੱਸੀ ਹੈਗੀ ਆ ਕਿ ਉਹਨਾਂ ਨੂੰ 2000 ਤੋਂ ਵੀ ਕਿਤੇ ਜ਼ਿਆਦਾ ਕੰਪਲੇਂਟਸ ਮਿਲੀਆਂ ਨੇ ਤੇ ਸਾਰੀਆਂ ਜਾਇਜ਼ ਨੇ। ਤੇ 에ਅਰ ਕੈਨੇਡਾ ਦਾ ਕਹਿਣਾ ਕਿ ਉਹਨਾਂ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਕਿਉਂਕਿ ਜਿੱਥੇ ਉਹ ਗਏ ਸੀਗੇ, ਜਿੱਥੇ ਉਹਨਾਂ ਨੇ ਇਹ ਗੱਲ ਕੀਤੀ ਸੀ, ਉਹ ਇੱਕ ਪ੍ਰਾਈਵੇਟ ਫੰਕਸ਼ਨ ਸੀ ਤੇ ਉਹਨਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਵੀ ਉਹ ਇੰਗਲਿਸ਼ ਦੇ ਵਿੱਚ ਹੀ ਆਪਣੀ ਸਪੀਚ ਦੇਣਗੇ। ਪਰ ਪੰਗਾ ਉਹਨਾਂ ਨੇ ਉੱਥੇ ਪਾ ਲਿਆ ਸੀ ਨਾ ਜਦੋਂ ਉਹਨਾਂ ਨੇ ਇੱਕ ਸਵਾਲ ਦੇ ਜਵਾਬ 'ਚ ਕਹਿਤਾ ਸੀ ਕਿ ਮੈਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਤਾਂ ਮੈਨੂੰ ਫ੍ਰੈਂਚ ਸਿੱਖਣ ਦੀ ਲੋੜ ਹੀ ਨਹੀਂ ਪਈ। ਹੁਣ ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, 에ਅਰ ਕੈਨੇਡਾ ਪਹਿਲਾਂ ਸਰਕਾਰੀ ਕਰਾਊਨ ਕਾਰਪੋਰੇਸ਼ਨ ਹੁੰਦੀ ਸੀ ਤਾਂ ਫਿਰ ਇਹਨੂੰ ਪ੍ਰਾਈਵੇਟਾਈਜ਼ ਕੀਤਾ। ਜਿਹੜਾ ਇਹਨਾਂ ਦਾ ਚਾਰਟਰ ਹੁੰਦਾ ਸੀ ਪਹਿਲਾਂ ਉਹੀ ਚਾਰਟਰ ਹੋਣਾ। ਹਾਂਜੀ। ਉਸ ਚਾਰਟਰ ਦੇ ਵਿੱਚ ਲਿਖਿਆ ਹੈ ਕਿ CEO ਜਿਹੜਾ ਆ ਉਹ ਬਾਇਲਿੰਗੁਅਲ ਹੋਣਾ ਚਾਹੀਦਾ ਜੀ, ਜਿਹਨੂੰ ਫ੍ਰੈਂਚ ਵੀ ਆਉਂਦੀ ਹੋਵੇ ਤੇ ਇੰਗਲਿਸ਼ ਵੀ ਆਉਂਦੀ ਹੋਵੇ। ਔਰ 에ਅਰ ਕੈਨੇਡਾ ਵੱਲੋਂ ਉਹਨੂੰ ਡਿਫੈਂਡ ਕਰਨਾ ਕੋਰਟ ਦੇ ਵਿੱਚ ਜਾ ਕੇ, ਇਹ ਕਹਿਣਾ ਕਿ ਇਹਦੇ ਖਿਲਾਫ ਜਿਹੜੇ ਚਾਰਜਸ ਲਾਏ ਆ, ਜਿਹਦਾ ਉਹਨਾਂ ਨੇ ਖੁਦ ਐਡਮਿਟ ਕੀਤਾ ਜਦੋਂ ਸਵਾਲ ਦਾ ਜਵਾਬ ਦਿੱਤਾ ਕਿ ਮੈਂ ਤਾਂ ਇੱਥੇ 14 ਸਾਲ ਦਾ ਹੋ ਗਿਆ, ਰਹਿੰਦੇ ਨੂੰ ਹੋ ਗਿਆ ਮੌਂਟਰੀਅਲ, ਮੈਨੂੰ ਤਾਂ ਸਿੱਖਣ ਦੀ ਜ਼ਰੂਰਤ ਹੀ ਨਹੀਂ ਪਈ ਜੀ। ਇਹਦਾ ਮਤਲਬ ਤੁਸੀਂ ਆਪਣੇ ਚਾਰਟਰ ਦੀ ਉਲੰਘਣਾ ਕਰ ਰਹੇ ਹੋ ਜੀ। ਬਿਲਕੁਲ। ਉਹ ਕੰਪਨੀ ਜਿਹੜੀ ਆ ਆਪਣੇ CEO ਨੂੰ ਤੁਸੀਂ ਡਿਫੈਂਡ ਕਰਦੇ ਆ, ਠੀਕ ਹੈ, ਪਰ ਤੁਸੀਂ ਤੁਹਾਡਾ ਆਪਣਾ ਹੀ ਚਾਰਟਰ ਇਹ ਕਹਿ ਰਿਹਾ, ਉਹਦੇ ਹਿਸਾਬ ਨਾਲ ਉਹਨੂੰ ਪਹਿਲਾਂ ਐਕਸਪੈਲ ਕਰਨਾ ਚਾਹੀਦਾ, ਉਹਨੂੰ ਬਾਹਰ ਕੱਢਣਾ ਚਾਹੀਦਾ। ਪਹਿਲੀ ਤਾਂ ਗੱਲ ਉਹਨੂੰ ਲਿਆਉਣਾ ਹੀ ਨਹੀਂ ਚਾਹੀਦਾ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਆਏ ਹੋਣਾ ਨਾ। ਬੋਰਡ ਆਫ ਡਾਇਰੈਕਟਰਸ ਦੇ ਜਿਹੜੇ ਬੈਠੇ ਆ ਉਹ ਕੋਈ ਨਾ ਕੋਈ ਫਰੈਂਡਲੀ ਬੰਦੇ ਹੋਣੇ ਆ ਜਿਨ੍ਹਾਂ ਨੇ ਉਹਨੂੰ ਬੰਦੇ ਨੂੰ ਲੈ ਕੇ ਆਂਦਾ। ਉਹਨਾਂ ਨੇ ਲੈ ਕੇ ਆਂਦਾ ਔਰ ਚਾਰਟਰ ਜਿਹੜਾ ਉਹਨਾਂ ਦਾ ਆਪਣਾ ਆ, ਜਿਹੜਾ ਬਾਇਲਿੰਗੁਅਲਿਜ਼ਮ ਰਿਕੁਆਇਰ ਕਰਦਾ ਆ, ਫ੍ਰੈਂਚ ਹੋਵੇ ਤਾਂ ਇੰਗਲਿਸ਼ ਹੋਵੇ, ਉਹਨੂੰ ਕੈਨੇਡਾ ਦੇ ਵਿੱਚ ਬਾਇਲਿੰਗੁਅਲਿਜ਼ਮ ਜਿਹੜਾ ਹੈ ਉਹਨੂੰ ਅਸੀਂ ਇਹੀ ਕਹਿੰਦੇ ਕਿ ਜਿਹਨੂੰ ਅੰਗਰੇਜ਼ੀ ਆਉਂਦੀ ਹੈ ਤਾਂ ਫ੍ਰੈਂਚ ਆਉਂਦੀ ਹੈ। ਹੁਣ ਪੰਜਾਬੀ ਆਉਂਦੀ ਹੈ ਤਾਂ ਇੰਗਲਿਸ਼ ਆਉਂਦੀ ਹੈ ਤਾਂ ਇਹ ਵੀ ਸ਼ਬਦ ਤਾਂ ਉਹੀ ਵਰਤ ਸਕਦੇ ਹਾਂ ਅਸੀਂ, ਬਾਇਲਿੰਗੁਅਲਿਜ਼ਮ। ਹਾਂਜੀ ਹਾਂਜੀ। ਪਰ ਇਹਨੂੰ ਬਾਇਲਿੰਗੁਅਲਿਜ਼ਮ ਨਹੀਂ ਕਹਿਣਗੇ ਇਹ ਜੀ। ਤੁਸੀਂ ਬਾਇਲਿੰਗੁਅਲ ਨਹੀਂ ਹੈ ਕਿਉਂਕਿ ਪੰਜਾਬੀ ਆਉਂਦੀ ਹੈ, ਇੰਗਲਿਸ਼ ਜਾਂ ਫ੍ਰੈਂਚ ਜੀ, ਇਹ ਦੋਏ ਭਾਸ਼ਾ ਗਿਣੀਆਂ ਜਾਂਦੀਆਂ।
ਤੇ ਉਹਦੇ ਵਿੱਚ ਚਾਰਟਰ ਦੀ ਉਲੰਘਣਾ ਕੀਤੀ ਗਈ ਹੈ। ਖਾਰਜ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਹਾਲੇ ਤਾਈਂ ਉਹਨਾਂ ਨੇ ਇਹ ਕਿਹਾ ਕਿ ਜੋ ਸੋ ਫਾਰ ਜਿਹੜਾ ਐਵੀਡੈਂਸ ਹੈ ਸਾਡੇ ਕੋਲ, ਜਿੰਨੇ ਸਬੂਤ ਆ, ਉਹ CEO ਦੇ ਖਿਲਾਫ ਹੈ। ਜੀ ਬਿਲਕੁਲ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਜੀ ਪੋਲਿਟਿਕਸ ਦੀ। ਫਰਾਂਸ ਦੇ ਵਿੱਚ ਵੀ ਇਲੈਕਸ਼ਨ ਹੋਈਆਂ ਨੇ ਤੇ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਵੀ ਕਾਫੀ ਜ਼ਿਆਦਾ ਗਰਮੋ ਗਰਮੀ ਰਹੀ। ਇਹਨਾਂ ਦੋਨਾਂ ਖਬਰਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹਨਾਂ ਦੋਹਾਂ ਖਬਰਾਂ ਦਾ ਸਿੱਧੇ ਤੌਰ ਤੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਨਾਲ ਸੰਬੰਧ ਹੈ। ਜੀ। ਤੁਸੀਂ ਹੈਰਾਨ ਰਹਿ ਜਾਓਗੇ ਕਿ ਜੇ ਅਸੀਂ ਗਰੋਸਰੀ ਲੈਣ ਜਾਂਦੇ ਆ ਤਾਂ ਉਹਦੇ ਨਾਲ ਵੀ ਸੰਬੰਧ ਹੈਗਾ ਉਹਨਾਂ ਦਾ। ਦੇਖ ਲਓ, ਕੀਮਤਾਂ ਵੱਧ ਰਹੀਆਂ ਜੀ, ਤਾਂ ਇਸੇ ਕਰਕੇ ਕਹਿੰਦੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਹੋ ਰਹੀ ਹੈ ਜੀ। ਉਹਨਾਂ ਐਨਰਜੀ ਦੀ ਕੀਮਤ ਵੱਧ ਗਈ, ਐਨਰਜੀ ਦਾ ਕਰਕੇ ਸਾਰੀਆਂ ਕਮੋਡਿਟੀਜ਼ ਦੀ ਕੀਮਤ ਵੱਧ ਗਈ। ਹੁਣ ਇਹਦਾ ਸਿਆਸੀ ਅਸਰ ਕੀ ਪਿਆ? ਸਭ ਤੋਂ ਪਹਿਲਾਂ ਤਾਂ ਫਰਾਂਸ ਦੀ ਪਹਿਲੇ ਰਾਉਂਡ ਦੀ ਇਲੈਕਸ਼ਨ ਹੋਈ ਸੀ। ਹਾਂਜੀ। ਕਿਉਂਕਿ ਪਹਿਲੇ ਰਾਉਂਡ ਦੇ ਵਿੱਚ ਜੇ ਤੁਸੀਂ 50% +1 ਵੋਟ ਨਹੀਂ ਲੈ ਸਕਦੇ, ਕਦੇ ਹੁੰਦੀ ਨਹੀਂ ਵੈਸੇ, ਤਾਂ ਫਿਰ ਤੁਸੀਂ ਜੇਤੂ ਨਹੀਂ ਹੁੰਦੇ। ਫਿਰ ਟੌਪ 2 ਕੈਂਡੀਡੇਟਸ ਜਿਹੜੇ ਸਿਲੈਕਟ ਕੀਤੇ ਜਾਂਦੇ ਆ ਸੈਕੰਡ ਰਾਉਂਡ ਆਫ ਇਲੈਕਸ਼ਨ ਲਈ, ਜਿਹੜੀ 2 ਹਫ਼ਤਿਆਂ ਬਾਅਦ ਹੋਣੀ ਹੈ, 24 ਅਪ੍ਰੈਲ ਨੂੰ ਹੋਣੀ ਹੈ। ਉਹਦੇ ਵਿੱਚ 2 ਕੈਂਡੀਡੇਟਸ ਆਏ ਆ, ਮੈਕਰੋਨ ਜਿਹੜੇ ਹੁਣੇ ਹੀ ਪ੍ਰੈਜ਼ੀਡੈਂਟ ਨੇ, ਤੇ ਮੈਰੀ ਲਿਪੈਨ ਜਿਹੜੇ ਕਿ ਆਪੋਜੀਸ਼ਨ ਰਾਈਟ ਵਿੰਗ ਪਾਰਟੀ ਦੇ ਲੀਡਰ ਨੇ। ਹੁਣ ਇਹਦੇ ਤੇ ਯੂਕਰੇਨ ਦਾ ਕੀ ਅਸਰ ਯੂਕਰੇਨ ਤੇ ਰਸ਼ੀਆ ਦੀ ਲੜਾਈ ਦਾ ਕੀ ਅਸਰ ਹੋਇਆ? ਮੈਕਰੋਨ ਬਾਰੇ ਜੇ ਤੁਸੀਂ ਇਸ ਲੜਾਈ ਤੋਂ ਪਹਿਲਾਂ ਦੀਆਂ ਕੋਈ ਵੀ ਸਰਵੇ ਦੇਖ ਲਓ, ਉਹ ਇੰਨੇ ਅਨਪੋਪੂਲਰ ਹੋ ਚੁੱਕੇ ਸੀ ਫਰਾਂਸ ਦੇ ਵਿੱਚ ਕਿ ਸਾਰੇ ਲੋਕੀ ਇਹੀ ਉਡੀਕਦੇ ਸੀ ਕਿ ਇਲੈਕਸ਼ਨ ਹੋਣੀ ਹੈ ਅਪ੍ਰੈਲ ਨੂੰ, ਤਾਂ ਇਹ ਜਾਂਦਾ ਲੱਗਣਾ। ਉਹਨਾਂ ਨੇ ਸਭ ਤੋਂ ਵੱਡੀ ਇੱਕ ਗੱਲ ਕੀਤੀ ਕਿ ਜਿਹੜੀ ਆਮ ਲੋਕਾਂ ਨੂੰ ਬੜਾ ਦੁੱਖ ਲੱਗਦਾ, ਉੱਥੇ ਪਹਿਲਾਂ ਹੁੰਦੀ ਸੀ ਰਿਟਾਇਰਮੈਂਟ ਏਜ 62 ਸਾਲ। ਹਾਂਜੀ। ਤੇ ਉੱਥੇ ਦੇ EMPLOYERS ਐਸੋਸੀਏਸ਼ਨ ਨੇ ਬਹੁਤ ਲੌਬੀ ਕੀਤਾ ਸੀ ਕਿ ਇਹਨੂੰ 64 ਸਾਲ ਕਰ ਦਿਓ। ਕਿਸੇ ਪ੍ਰੈਜ਼ੀਡੈਂਟ ਦੀ ਇੰਨੀ ਹਿੰਮਤ ਨਹੀਂ ਪਈ ਵੀ 64 ਸਾਲ ਕਰ ਦੇਵੇ। ਮੈਕਰੋਨ ਦੀ ਪਈ ਹਿੰਮਤ, ਇਹਨਾਂ ਨੇ ਜਾ ਕੇ 65 ਸਾਲ ਕਰ ਦਿੱਤੀ। ਐਕਚੁਅਲੀ ਇਹਨਾਂ ਨੇ ਸਾਲ ਹੋਰ ਵੀ ਵਧਾਤਾ, ਤਾਂ ਉਹ ਬੜਾ ਅਨਪੋਪੂਲਰ, ਹੋਰ ਬਹੁਤ ਉਹਨਾਂ ਨੇ ਅਨਪੋਪੂਲਰ ਮੂਵ ਕੀਤੇ। ਤੇ ਉਹਨਾਂ ਦਾ ਲੱਗਦਾ ਇਹ ਤੈਅ ਹੋ ਚੁੱਕਾ ਸੀ ਦਸੰਬਰ ਦੇ ਵਿੱਚ ਪਿਛਲੇ ਸਾਲ ਕਿ ਮੈਕਰੋਨ ਖਤਮ, ਇੱਕ ਟਰਮ ਇਹਨਾਂ ਦੀ ਲੱਗਣੀ ਆ ਬਸ। ਪਰ ਉੱਥੇ ਹੁਣ ਇਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਦਾ ਕੀ ਅਸਰ ਹੋਇਆ? ਜਿੰਨੇ ਵਿਰੋਧੀ ਪਾਰਟੀਆਂ ਦੀ ਸੀ, ਲਿਪੈਨ ਜਿਹੜੇ ਮੈਰੀ ਲਿਪੈਨ ਰਾਈਟ ਵਿੰਗ ਲੀਡਰ ਹੈ, ਸੋਸ਼ਲਿਸਟ ਪਾਰਟੀ ਦੇ ਲੀਡਰ ਹੈ, ਇਹਨਾਂ ਨੇ ਸਾਰਿਆਂ ਨੇ ਯੂਕਰੇਨ ਦੀ ਸਾਈਡ, ਜਿੱਦਾਂ ਜਸਟਿਨ ਟਰੂਡੋ ਲੈ ਰਿਹਾ, ਜੋ ਬਾਈਡਨ ਲੈ ਰਿਹਾ, ਹਾਂਜੀ, ਲੜਾਈ ਨੂੰ ਮਤਲਬ ਤੇਲ ਪਾਉਣ ਵਾਲੀ ਗੱਲ ਕੀਤੀ ਇਹਨਾਂ ਨੇ। ਪੁਟਿਨ ਨੂੰ ਅੱਗ ਲਾ ਦਿਓ, ਪੁਟਿਨ ਨੂੰ ਆਹ ਕਰ ਦਿਓ, ਲੜਾਈ ਯੂਕਰੇਨ ਦੀ ਹੈਲਪ ਕਰਨੀ ਆ, ਅਸੀਂ ਆਹ ਕਰ ਦੇਵਾਂਗੇ, ਸੈਂਕਸ਼ਨ ਲਾ ਦੇਵਾਂਗੇ। ਅੱਛਾ, ਲੋਕਾਂ ਨੇ ਜਿਹੜੀ ਇੱਕ ਤਾਂ ਸੈਂਕਸ਼ਨਸ ਬਾਰੇ ਗੱਲ ਗਲਤ ਸੀ ਲੋਕਾਂ ਦੀ, ਕਿ ਲੋਕੀ ਦੇਖਦੇ ਕਿ ਨਾ ਲੜਾਈ ਲੱਗੀ ਆ ਤਾਂ ਕੀਮਤਾਂ ਵੱਧ ਰਹੀਆਂ, ਤਾਂ ਜਿਹੜੇ ਸੈਂਕਸ਼ਨ ਲਾਉਣ ਦੀ ਗੱਲ ਕਰਦੇ ਆ ਉਹਦੇ ਨਾਲ ਸਾਨੂੰ ਹੀ ਸਫਰਿੰਗ ਹੋ ਰਹੀ ਹੈ ਜੀ। ਆਮ ਲੋਕਾਂ ਨੂੰ ਹੀ ਪ੍ਰੋਬਲਮ ਪੈਂਦੀ ਹੈ। ਜੋ ਬਾਈਡਨ ਨੂੰ ਤਾਂ ਜੋ ਜਸਟਿਨ ਟਰੂਡੋ ਨੂੰ ਤਾਂ ਨਹੀਂ ਕੋਈ ਫਰਕ ਪਿਆ, ਇਹਨਾਂ ਦੀ ਇਨਕਮ ਤੇ ਕੋਈ ਫਰਕ ਨਹੀਂ ਪਿਆ। ਹੁਣ ਮੈਕਰੋਨ ਇੱਕ ਬੰਦਾ ਸੀ ਉਹਨਾਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਫਰਾਂਸ ਦੇ ਵਿੱਚ, ਜਿਹਨੇ ਦੋਨਾਂ ਨੂੰ, ਜ਼ੇਲੈਂਸਕੀ ਨੂੰ ਤੇ ਪੁਟਿਨ ਨੂੰ ਫੋਨ ਕਰਦਾ ਹੀ ਰਿਹਾ, ਔਰ ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਮੈਂ ਤਾਂ ਇੱਕ ਮੋਡਰੇਟਰ ਬੰਦਾ ਹਾਂ, ਜੇ ਤੁਸੀਂ ਗੱਲਬਾਤ ਕਰਨੀ ਤਾਂ ਮੇਰੇ ਨਾਲ ਕਰ ਲਓ। ਉਹਨੇ ਦੋਹਾਂ ਪਾਰਟੀਆਂ ਨੂੰ ਇਹ ਵਾਰ-ਵਾਰ ਵੀ ਇੰਟਰਨੈਸ਼ਨਲੀ ਇਹ ਕਿਹਾ ਕਿ ਤੁਸੀਂ ਬੈਠ ਕੇ ਗੱਲਬਾਤ ਕਰੋ, ਸਮਝੌਤਾ ਕਰੋ ਔਰ ਵਾਰ ਖਤਮ ਕਰੋ। ਇਹਦੇ ਨਾਲ ਉਹਨਾਂ ਦਾ ਜਿਹੜਾ ਅਕਸ ਹੈਗਾ ਉਹ ਜਨਤਾ ਦੇ ਸਾਹਮਣੇ ਚੰਗਾ ਹੋ ਗਿਆ। ਜਨਤਾ ਨੇ ਉਹ ਪਸੰਦ ਕੀਤਾ ਜੀ ਕਿ ਆਹ ਗੱਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ। ਜੋ ਕੁਝ ਉਹਨਾਂ ਨੇ 5 ਸਾਲ ਗੰਦ ਪਾਇਆ ਸੀ ਨਾ, ਉਹ ਸਾਰਾ ਧੋਤਾ ਗਿਆ ਜੀ। ਕਿਉਂਕਿ ਉਹੀ ਹੈ ਨਾ, ਹਰ ਕੋਈ ਤਾਜ਼ਾ ਲਿਪਿਆ ਦੇਖਦਾ, ਲੋਕੀ ਦੇਖਣ ਲੱਗ ਗਏ ਨਾ, ਲੋਕਾਂ ਦੀ ਮੈਮਰੀ ਬਹੁਤ ਸ਼ਾਰਟ ਆ ਜੀ। ਅੱਜ ਕੀ ਹੋ ਰਿਹਾ ਅਗਲੇ ਹਫ਼ਤੇ ਇਹਨਾਂ ਨੂੰ ਚੇਤਾ ਨਹੀਂ ਹੋਣਾ। ਕਹਿੰਦੇ ਹੁੰਦੇ ਕਿ ਨਾ, ਜੋਕ ਬਣਿਆ, ਰੱਬ ਨੇ 2 ਹੀ ਚੀਜ਼ਾਂ ਦਿੱਤੀਆਂ, ਵੀ ਇੱਕ ਯਾਦਾਸ਼ਤ, ਦੂਜੀ ਦਾ ਚੇਤਾ ਭੁੱਲ ਗਿਆ।
ਸੋ ਇਸ ਕਰਕੇ ਲੋਕੀ ਪਿਛਲੇ 50 ਸਾਲਾਂ 'ਚ ਉਹਨੇ ਕੀ ਕੀਤਾ ਉਹ ਭੁੱਲ ਗਏ। ਇਹ ਦੇਖਦੇ ਕਿ ਹੁਣ ਯੂਕਰੇਨ ਰਸ਼ੀਆ ਲੜਾਈ ਤੇ ਸਾਨੂੰ ਕੀ ਕੁਝ ਤੰਗੀਆਂ ਆ ਰਹੀਆਂ, ਇਹਨੇ ਸਟੈਂਡ ਵਧੀਆ ਲਿਆ। ਉਹ ਤਾਂ ਲੜਾਈ ਹਟਾਉਣ ਦੀ ਗੱਲ ਕੀਤੀ ਨਾ, ਇਹ ਫਰਾਂਸ ਦੇ ਲੋਕੀ ਚਾਹੁੰਦੇ ਸੀ ਜੀ। ਹਾਲੇ ਵੀ ਲੋਕੀ ਇਹ ਸੋਚਦੇ ਆ। ਹੁਣ ਸਵੇਰੇ ਐਨਾਲਿਸਟ ਨੂੰ ਮੈਂ ਪੜ੍ਹ ਰਿਹਾ ਸੀ ਕਿ ਉਹਨਾਂ ਨੂੰ ਹੈਰਾਨੀ ਆ ਕਿ ਲੋਕਾਂ ਨੇ ਯੂਕਰੇਨ ਰਸ਼ੀਆ ਲੜਾਈ ਨੂੰ ਹੀ ਦੇਖਿਆ, ਮੁੱਦਾ ਬਣਾ ਲਿਆ। ਇਹਨੇ ਕੀ ਕਿਹਾ, ਇਹਨੇ ਕੀ ਕੀਤਾ ਉਹ ਭੁੱਲ ਹੀ ਗਏ ਜੀ। ਹਾਲਾਂ ਵੀ ਜਿਹੜੀ ਲਿਪੈਨ ਆ ਸਵੇਰੇ ਵੀ ਉਹਨੇ ਵੀ ਕੱਲ ਬਿਆਨ ਤੇ ਇਹੀ ਉਹਨੂੰ 24% ਮਿਲੀ, ਇਹਨਾਂ ਨੂੰ 28% ਮਿਲੀ ਹੈ। ਉਹਨੇ ਇਹ ਕਿਹਾ, ਉਹ ਕਹਿੰਦੀ ਤੁਹਾਨੂੰ ਚੇਤਾ ਭੁੱਲ ਗਿਆ, ਇਹਨੇ 5 ਸਾਲ ਕੀ ਕੀਤਾ ਸਾਡੇ ਨਾਲ। ਉਹ ਵਾਰ-ਵਾਰ ਦੁਹਰਾ ਰਹੀ ਹੈ ਕਿ 5 ਸਾਲ ਦੇ ਉਹ ਚੇਤੇ ਨਾ ਭੁੱਲੋ, ਯਾਦ ਰੱਖੋ ਉਹ ਜੋ ਉਹਨੇ ਆਪਣੇ ਘਰ ਚ ਕੀਤਾ। ਉਹ ਮੈਕਰੋਨ ਇਹੀ ਕਹਿ ਰਿਹਾ ਕਿ ਨਹੀਂ ਇਹ ਗੱਲ ਭੁੱਲ ਜਾਓ, ਮੈਂ ਚਾਹੁੰਦਾ ਕਿ ਉੱਥੇ ਸ਼ਾਂਤੀ ਹੋਵੇ ਤਾਂ ਕਿ ਜਿਹੜੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਆ, ਸਾਡੇ ਸੈਂਕਸ਼ਨ ਲਵਾਉਣ ਦੀਆਂ ਰੌਲਾ ਪਾ ਰਹੇ ਆ, ਇਹ ਖਤਮ ਕੀਤੇ ਜਾਣ, ਸਦਭਾਵਨਾ ਕਾਇਮ ਹੋਵੇ। ਉਹਦੇ ਨਾਲ ਉਹ ਵੋਟਾਂ ਜ਼ਿਆਦਾ ਕਰ ਰਿਹਾ ਆਪਣੀਆਂ। ਜੀ ਬਿਲਕੁਲ। ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਦੇਖ ਲਓ ਕੀ ਹੋਇਆ। ਉਹਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਲੜਾਈ ਦਾ ਹਿੱਸਾ ਹੈ, ਕਿਉਂਕਿ ਇਮਰਾਨ ਖਾਨ ਗਏ ਆ ਪੁਤਿਨ ਨੂੰ ਮਿਲਣ। ਹਾਂਜੀ। ਤਾਂ ਜਿਹੜਾ ਕਿ ਆਰਮੀ ਨੂੰ ਚੰਗਾ ਨਹੀਂ ਲੱਗਾ। ਜਨਰਲ ਬਾਜਵਾ ਨੇ ਉਦੋਂ ਹੀ ਇਹ ਅਮਰੀਕਾ ਵਾਲਿਆਂ ਨੂੰ ਕਿਹਾ ਕਿ ਦੇਖੋ ਸਾਡਾ ਅਲਾਇੰਸ ਤੁਹਾਡੇ ਨਾਲ ਆ, ਇਹ ਨਵਾਂ ਅਲਾਇੰਸ ਨਹੀਂ, ਇਹ ਸਾਡਾ ਪਹਿਲਾਂ ਦਾ ਅਲਾਇੰਸ ਆ ਔਰ ਉਹਦੀ ਅਸੀਂ ਰਿਸਪੈਕਟ ਕਰਦੇ ਹਾਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਦੂਸਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਇਹ ਕਹਿਤਾ ਕਿ 2018 'ਚ ਤਾਂ ਠੀਕ ਆ, ਮਦਦ ਕੀਤੀ ਇਹਨਾਂ ਦੀ। ਇਮਰਾਨ ਖਾਨ ਤਾਂ ਹੀ ਜਿੱਤਿਆ ਕਿ ਪਾਕਿਸਤਾਨੀ ਆਰਮੀ ਉਹਦੇ ਪਿੱਛੇ ਖੜੀ ਸੀ। ਹਾਂਜੀ। ਔਰ ਪਾਕਿਸਤਾਨੀ ਆਰਮੀ ਦੇ ਜਿਹੜੇ ਬੱਚੇ ਆ, ਛੋਟੇ ਛੋਟੇ ਨਿੱਕੀਆਂ ਨਿੱਕੀਆਂ ਪਾਰਟੀਆਂ ਬਣਾਈਆਂ ਜਿਹਨਾਂ ਨੂੰ ਇਸਲਾਮਿਕ ਫੰਡਾਮੈਂਟਲਿਸਟ ਪਾਰਟੀਆਂ ਕਹਿੰਦੇ ਆ, ਉਹ ਸਾਰੇ ਉਹ ਉਡੀਕਦੇ ਹੁੰਦੇ ਕਿ ਜਨਰਲ ਨੇ ਕੀ ਕਿਹਾ। ਉਹਨਾਂ ਨੇ ਇਹਨਾਂ ਦੀਆਂ 155 ਸੀਟਾਂ ਸੀ, ਉਹਨਾਂ ਨੇ ਕਿਹਾ ਕਿ ਇਹਨਾਂ ਦੇ ਨਾਲ ਇਮਰਾਨ ਖਾਨ ਦੀ ਸਪੋਰਟ ਕਰੋ ਪਾਰਲੀਮੈਂਟ ਦੇ ਵਿੱਚ, ਤਾਂ ਜਾ ਕੇ ਇਮਰਾਨ ਖਾਨ ਦੀ ਸਰਕਾਰ ਬਣਨੀ ਹੈ। ਹੁਣ ਜਿੱਦਣ ਜਨਰਲ ਬਾਜਵਾ ਨੇ ਕਹਿਤਾ ਕਿ ਨਹੀਂ ਅਸੀਂ ਨਿਊਟਰਲ ਹਾਂ, ਉਦਣ ਹੀ ਉਹਨਾਂ ਨੇ ਰਾਤ ਨੂੰ ਕਿਤੇ ਉਹਨਾਂ ਨੂੰ ਫੋਨ ਕਰਤਾ ਵੀ ਭਾਈ ਇਹਨੂੰ ਛੱਡੋ। ਉਹੀ ਪਾਰਟੀਆਂ ਉੱਠ ਕੇ ਦੂਜੇ ਪਾਸੇ ਚਲ ਗਈਆਂ ਜੀ। ਹੁਣ 174 ਸ਼ਹਿਬਾਜ਼ ਨੂੰ ਵੋਟਾਂ ਮਿਲੀਆਂ, 174 342 ਟੋਟਲ ਉਹਨਾਂ ਦੀਆਂ ਸੀਟਾਂ ਹੈ। ਹਾਂਜੀ। ਸੋ ਦੋਹਾਂ ਤੇ ਹੀ ਫਰਾਂਸ ਦੀ ਇਲੈਕਸ਼ਨ ਹੋਈ ਆ, ਪਾਕਿਸਤਾਨ ਦੀ ਹੋਣੀ ਆ ਇਲੈਕਸ਼ਨ, ਪਰ ਕਮ ਸੇ ਕਮ ਪ੍ਰਾਈਮ ਮਿਨਿਸਟਰ ਤਾਂ ਜਾਣ ਲੱਗਾ ਨਾ। ਜੀ ਬਿਲਕੁਲ। ਇਮਰਾਨ ਖਾਨ ਨੇ ਕੋਸ਼ਿਸ਼ ਤਾਂ ਬਹੁਤ ਕੀਤੀ, ਹਰ ਤਰ੍ਹਾਂ ਦੇ ਉਹਨਾਂ ਨੇ ਦਾਅ ਪੇਚ ਅਪਣਾਏ ਹੈ ਨਾ, ਪਰ ਆਖਿਰ ਦੇ ਵਿੱਚ ਕਹਿ ਲਓ ਕਿ ਉਹਨਾਂ ਦੀ ਇੱਕ ਨਹੀਂ ਚੱਲੀ ਹੈਗੀ, ਕੁਰਸੀ ਛੱਡਣੀ ਪੈ ਗਈ। ਆਪਣੇ ਕਹਿੰਦੇ ਲੱਤਾਂ ਅੜਾਈਆਂ ਉਹਨਾਂ ਨੇ। ਹਾਂਜੀ ਹਾਂਜੀ। ਪਰ ਲੱਤਾਂ ਅੜਾਈਆਂ ਤੇ ਉਹ ਕੁਰਸੀ ਖਿੱਚ ਕੇ ਲੈ ਗਏ। ਜੀ ਜੀ ਬਿਲਕੁਲ। ਉਹਨਾਂ ਵੱਲੋਂ ਜਿਹੜੇ ਦਾਅ ਪੇਚ ਖੇਡੇ ਗਿਆ ਸੀ ਫਿਰ ਉਹ ਕਿਸੇ ਕੰਮ ਆਏ ਨਹੀਂ ਹੈਗੇ। ਸ਼ਹਬਾਜ਼ ਸ਼ਰੀਫ ਜਿਹੜੇ ਆ, ਇਹ ਪਰਿਵਾਰ ਐਕਚੁਅਲੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਉੱਠ ਕੇ ਗਿਆ ਹੈ। ਜਾਤੀ ਉਮਰਾ ਪਿੰਡ ਆ ਉੱਥੇ। ਜੇ ਲਾਹੌਰ ਦੇ ਬਾਹਰ ਜਾਂਦੇ ਆ ਨਾ, ਲਾਹੌਰ ਦੇ ਬਾਹਰ ਇਹਨਾਂ ਦਾ ਬਹੁਤ ਵੱਡਾ ਘਰ ਬਣਾਇਆ, ਜਿੱਦਾਂ ਇਹਨਾਂ ਨੇ ਮਹਿਲ ਛੱਤਿਆ ਆ ਨਵਾਜ਼ ਸ਼ਰੀਫ ਨੇ, ਤਾਂ ਉਹਦਾ ਨਾਂ ਲਿਖਿਆ ਹੈ ਜਾਤੀ ਉਮਰਾ, ਉੱਥੇ ਮੋਹਰੇ ਲਿਖਿਆ ਹੈ ਜੀ। ਤੇ ਉਹ ਦਿਖਾਲਿਆ ਵੀ ਸੀ ਇੱਕ ਵਾਰੀ ਜਦੋਂ ਪਰਵੇਜ਼ ਮੁਸ਼ਰਫ ਨੇ ਇਹਨਾਂ ਨੂੰ ਕੂਡੇਟਾ ਕੀਤਾ, ਆਰਮੀ ਨੇ ਟੇਕ ਓਵਰ ਕੀਤਾ, ਉਸ ਵੇਲੇ ਉਹ ਦਿਖਾਉਂਦੇ ਸੀ ਕਿ ਇਹਨੇ ਪੈਸੇ ਇੰਨੇ ਬੰਦੇ ਨੇ ਖਾਦੇ ਆ ਕਿ ਇਹਨਾਂ ਨੇ ਆ ਦੇਖੋ ਕੀ ਬਣਾਇਆ। ਪਰ ਉਹ ਇੱਕ ਗੱਲ ਥੋੜੀ ਜਿਹੀ ਭੁੱਲ ਗਏ ਕਿ ਵੈਸੇ ਹੀ ਪਹਿਲਾਂ ਵੀ ਜਿਹੜੀ ਪਰਿਵਾਰ ਸੀ ਇਹ ਇੱਕ ਬਿਜ਼ਨਸ ਪਰਿਵਾਰ ਹੈ। ਤੇ ਨਵਾਜ਼ ਸ਼ਰੀਫ ਦੇ ਪਿਤਾ ਜੀ ਜਿਹੜੇ ਸ਼ਹਬਾਜ਼ ਉਹਨਾਂ ਦਾ ਛੋਟਾ ਭਰਾ ਆ। ਹਾਂਜੀ। ਇਹਨਾਂ ਦੇ ਪਿਤਾ ਜੀ ਇੱਕ ਤਕੜੇ ਇੰਡਸਟਰੀਅਲਿਸਟ ਹੁੰਦੇ ਸੀ, ਸਟੀਲ ਇੰਡਸਟਰੀ ਖਾਸ ਤੌਰ ਤੇ ਫੋਰਬਸ ਇੰਡਸਟਰੀ ਨੇ, ਫੋਰਬਸ ਵਾਲੇ ਮੈਗਜ਼ੀਨ ਵਾਲੇ ਕਹਿੰਦੇ ਆ ਕਿ ਇਹਨਾਂ ਦੇ ਕੋਲ ਕੋਈ 1.6 ਬਿਲੀਅਨ ਦੀ ਦੌਲਤ ਆ। 1.6 ਬਿਲੀਅਨ US ਡਾਲਰਸ। ਪਾਕਿਸਤਾਨੀ ਤਾਂ ਬਹੁਤ ਬਣਦੇ ਹੋਣੇ ਆ ਜੀ ਜੀ। ਐਕਚੁਅਲ ਬਿਲੀਅਨਰ ਆ। ਹਾਂਜੀ। ਤੇ ਜਦੋਂ
ਇਹਨਾਂ ਨੇ ਵੀ ਪੰਗਾ ਪਹਿਲਾਂ ਲਿਆ। ਵੈਸੇ ਤਾਂ ਪਾਕਿਸਤਾਨੀ ਆਰਮੀ ਨੇ ਇਹ ਵੀ ਬਣਾਏ ਆ। ਨਵਾਜ਼ ਸ਼ਰੀਫ ਜਦੋਂ ਪਹਿਲੀ ਵਾਰੀ ਫਾਈਨੈਂਸ ਮਿਨਿਸਟਰ ਬਣੇ ਨਾ ਪੰਜਾਬ ਦੇ, ਉਸ ਵੇਲੇ ਜਨਰਲ ਜ਼ਿਆਉਲ ਹੱਕ ਨੇ ਇਹਨਾਂ ਨੂੰ ਕਿਹਾ ਸੀ, ਉਹਦੇ ਪੰਜਾਬ ਦੇ ਗਵਰਨਰ ਨੂੰ, ਕਿ ਇਹਨੂੰ ਫਾਈਨੈਂਸ ਮਿਨਿਸਟਰ ਬਣਾ ਦਿਓ। ਜ਼ਿਆਉਲ ਹੱਕ ਜਲੰਧਰ ਦੇ ਤੇ ਇਹ ਅੰਮ੍ਰਿਤਸਰ ਦੇ ਗਵਾਂਢੀ ਆ। ਗਵਾਂਢੀ ਅੰਮ੍ਰਿਤਸਰ ਸ਼ਹਬਾਜ਼ ਤੇ ਜਾਇਆ ਜਿਹੜੇ ਹੁਣ ਪ੍ਰਾਈਮ ਮਿਨਿਸਟਰ ਬਣੇ ਆ। ਹਾਂਜੀ, ਇਹ ਤਾਂ ਗਏ ਸੀ ਉੱਥੇ ਜਾਤੀ ਉਮਰਾ ਦੇ ਵਿੱਚ। ਇਹਨਾਂ ਦੇ ਫਾਦਰ ਨਾਲ ਕੋਈ ਪੜ੍ਹਦਾ ਹੁੰਦਾ ਸੀ ਬੰਦਾ, ਉਹਨਾਂ ਦੀ ਹੁਣ ਤਾਂ ਮੌਤ ਹੋ ਗਈ ਹੈ। ਉਹ ਪੜ੍ਹਦੇ, ਉਹਨਾਂ ਨੇ ਸੱਦਿਆ ਸੀ, ਉਹਨਾਂ ਨੇ ਚਿੱਠੀ ਪਾਈ ਸੀ ਇਹਨਾਂ ਨੂੰ ਕਿ ਮੈਨੂੰ, ਉਹਨਾਂ ਨੇ ਇੱਕ ਵਾਰੀ ਫੋਨ ਵੀ ਕੀਤਾ ਕਿ ਮੇਰੇ ਪਿੰਡ ਦੇ ਲੋਕੀ ਜਿਹੜੇ ਆ ਤੁਹਾਡੀਆਂ ਉੱਥੇ ਦੁਬਈ ਦੇ ਵਿੱਚ, ਸਾਊਦੀ ਅਰੇਬੀਆ ਦੇ ਵਿੱਚ ਇੰਡਸਟਰੀਜ਼ ਆ। ਤੇ ਇਹਨਾਂ ਨੇ ਫਿਰ ਨਵਾਜ਼ ਸ਼ਰੀਫ ਨੇ ਉਹਨਾਂ ਨੂੰ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਜਾਤੀ ਉਮਰਾ ਦਾ ਜੇ ਕੋਈ ਨੌਜਵਾਨ ਆ ਕੇ ਕਹਿ ਦੇਵੇ ਵੀ ਮੈਂ ਨੌਕਰੀ ਲੈਣੀ ਹੈ ਨਾ, ਤੁਹਾਡੇ ਤੋਂ ਹੈ ਚਾਹੇ ਨਹੀਂ, ਉਹਨੂੰ ਰੱਖ ਲਿਓ। ਤੇ ਉਹ ਕਹਿੰਦਾ ਵੀ ਮੈਂ ਧੰਨਵਾਦ ਕਰਨਾ। ਤੇ ਸ਼ਾਹਬਾਜ਼ ਸ਼ਰੀਫ ਗਿਆ ਸੀ, ਉੱਥੇ ਕਬੱਡੀ ਦਾ ਟੂਰਨਾਮੈਂਟ ਸੀ ਐਕਚੁਅਲੀ ਪੰਜਾਬ ਦੇ ਵਿੱਚ। ਇਹ ਗਏ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਹੁੰਦੇ ਸੀ ਚੀਫ ਮਿਨਿਸਟਰ ਜੀ। ਤੇ ਇਹ ਫਿਰ ਜਾਤੀ ਉਮਰਾ ਜਾ ਕੇ ਆਏ। ਤੇ ਪੁਰਾਣੀ ਫੈਮਿਲੀ ਹੈਗੀ, ਇਹ ਕਸ਼ਮੀਰ ਤੋਂ ਆਏ। ਵੈਸੇ ਕਸ਼ਮੀਰ ਤੋਂ ਆ ਕੇ ਸੈਟਲ ਹੋਏ, ਪੰਜਾਬੀ ਨਹੀਂ ਹੈ ਵੈਸੇ। ਸ਼ਰੀਫ ਫੈਮਿਲੀ ਜਿਹੜੀ ਹੈ ਕਸ਼ਮੀਰੀ ਫੈਮਿਲੀ ਆ। ਔਰ ਲਾਹੌਰ ਦੇ ਵਿੱਚ ਕਾਫੀ ਕਸ਼ਮੀਰੀ ਫੈਮਿਲੀ ਰਹਿੰਦੇ ਆ, ਕਾਫੀ ਵੱਡੀ ਇਹਨਾਂ ਦੀ ਕਮਿਊਨਿਟੀ ਆ। ਤੇ ਹੁਣ ਤੇ ਪੰਜਾਬੀ ਬਣ ਚੁੱਕੇ ਨੇ ਉਹ ਵੀ, ਕਿਉਂਕਿ ਬਹੁਤ ਚਿਰ ਹੋ ਗਿਆ ਉਹਨਾਂ ਨੂੰ ਰਹਿੰਦੇ ਨੂੰ। ਪਰ ਫਿਰ ਵੀ ਇੱਕ ਦੂਸਰੇ ਨਾਲ ਇਕੱਠੇ ਇਸ ਕਰਕੇ ਹੈ ਵੀ ਅਸੀਂ ਕਸ਼ਮੀਰੀ ਹਾਂ। ਕਸ਼ਮੀਰੀ ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਆਏ ਸੀ, ਤਾਂ ਦੂਸਰਾ ਉਸ ਤੋਂ ਬਾਅਦ ਡੋਗਰਿਆਂ ਨੇ ਜੋ ਰਾਜ ਸ਼ੁਰੂ ਕੀਤਾ, ਉਹਨਾਂ ਤੋਂ ਡਰਦੇ ਉੱਥੋਂ ਨੱਠੇ। ਅੰਮ੍ਰਿਤਸਰ ਇੱਕ ਜ਼ਮਾਨੇ ਦੇ ਵਿੱਚ ਕਾਫੀ ਉੱਭਰ ਕੇ ਇੱਕ ਟ੍ਰੇਡਿੰਗ ਸੈਂਟਰ ਬਣ ਗਿਆ ਸੀ। ਪੰਜਾਬ ਦੇ ਵਿੱਚ 2 ਟ੍ਰੇਡਿੰਗ ਸੈਂਟਰ ਬਹੁਤ, ਜੇ ਤੁਸੀਂ ਬਲਖ ਤੇ ਬੁਖਾਰੇ ਜਾ ਕੇ ਪੁੱਛਦੇ ਸੀ ਤਾਂ ਉਹਨਾਂ ਸਿਟੀਜ਼ ਦਾ ਨਾਂ ਲਿਆ ਜਾਂਦਾ ਸੀ। ਜਿਹੜੀ ਸਾਡੀ ਸਾਰਿਆਂ ਤੋਂ ਪੁਰਾਣੀ ਸਿਟੀ ਹੈ ਜਿੱਥੇ ਜ਼ਿਆਦਾ ਵਪਾਰ ਹੁੰਦਾ ਹੈ, ਉਹ ਹੈਗੀ ਮਲਤਾਨ। ਇਦੋਂ ਪੁਰਾਣੀ ਸਿਟੀ ਹੈ ਨਹੀਂ ਕੋਈ। ਲਾਹੌਰ ਰਹੀ ਹੈ ਹਮੇਸ਼ਾ ਹੀ ਪੋਲੀਟੀਕਲ ਕੈਪੀਟਲ। ਜਿਹੜਾ ਵੀ ਕੋਈ ਮਹਾਰਾਜਾ ਆਇਆ, ਉਹਨੇ ਲਾਹੌਰ ਨੂੰ ਆਪਣੀ ਕੈਪੀਟਲ ਬਣਾਇਆ। ਪੋਲੀਟਿਕਸ ਦਾ ਧੁਰਾ ਲਾਹੌਰ ਦੇ ਵਿੱਚ। ਪਰ ਮਲਤਾਨ ਸਾਡੇ ਟ੍ਰੇਡਿੰਗ ਸੈਂਟਰ। ਮਲਤਾਨ ਤੋਂ ਬਾਅਦ ਜੇ ਕੋਈ ਵੱਡੀ ਸਿਟੀ ਬਣੀ ਟ੍ਰੇਡਿੰਗ ਸੈਂਟਰ ਦੇ ਤੌਰ ਤੇ, ਉਹ ਨਵੀਂ ਸਿਟੀ ਸੀ ਉਸ ਵੇਲੇ, ਅੰਮ੍ਰਿਤਸਰ ਸੀ। ਸੋ ਇਹ ਜਿਹੜੇ ਕਸ਼ਮੀਰੀ ਆਏ ਆ, ਇਹ ਆਏ ਆ ਵੈਸੇ ਐਕਚੁਅਲੀ ਵਪਾਰੀ ਲੋਕ ਜਿਹੜੇ ਟ੍ਰੇਡਰਸ ਹੁੰਦੇ ਸੀ। ਤਾਂ ਉਸ ਵੇਲੇ ਅੰਮ੍ਰਿਤਸਰ ਤੋਂ ਜਿਹੜੇ ਟ੍ਰੇਡ ਕਰਦੇ ਸੀ ਸੈਂਟਰਲ ਏਸ਼ੀਆ ਦੇ ਨਾਲ, ਇਰਾਨ ਦੇ ਨਾਲ, ਅਰਬ ਮੁਲਕਾਂ ਦੇ ਨਾਲ, ਈਵਨ ਗ੍ਰੀਸ ਦੇ ਨਾਲ। ਯੂਰਪੀਅਨ ਮਾਰਕੀਟ ਦੇ ਵਿੱਚ ਅੰਮ੍ਰਿਤਸਰ ਦੀਆਂ ਜਿਹੜਾ ਪਸ਼ਮੀਨਾ ਆ, ਅਸੀਂ ਗੱਲ ਕਰਦੇ ਨਾ ਅੰਮ੍ਰਿਤਸਰ ਪਸ਼ਮੀਨਾ, ਵੈਸੇ ਇਹ ਕਸ਼ਮੀਰ ਦਾ ਗਿਣਿਆ ਜਾਂਦਾ। ਹਾਂਜੀ। ਪਰ ਐਕਸਪੋਰਟ ਇਹ ਕਰਦੇ ਹੁੰਦੇ ਸੀ ਅੰਮ੍ਰਿਤਸਰ ਤੋਂ, ਕਿਉਂਕਿ ਇਹ ਕਸ਼ਮੀਰੀ ਜਿਹੜੇ ਆਲੇ ਦੁਆਲੇ ਆ ਕੇ ਸੈਟਲ ਹੋਏ ਸੀ ਅੰਮ੍ਰਿਤਸਰ ਤੋਂ। 1947 ਤੋਂ ਜਦੋਂ ਬਟਵਾਰਾ ਹੋਇਆ, ਤਕਰੀਬਨ ਸਾਰੇ ਜਿਹੜੇ ਕਸ਼ਮੀਰੀ ਸੀ ਇਹ ਪਾਕਿਸਤਾਨ ਚਲੇ ਗਏ। ਤਾਂ ਉਹਨਾਂ ਦੇ ਵਿੱਚ ਹੀ ਫਿਰ ਇਹ ਸ਼ਰੀਫ ਦੀ ਫੈਮਿਲੀ ਆਈ ਹੈ। ਨਵਾਜ਼ ਸ਼ਰੀਫ ਵੈਸੇ ਉੱਥੇ ਪਾਕਿਸਤਾਨ ਦੇ ਬੌਰਨ ਹੈ, 1949 'ਚ ਬਣੇ ਬੌਰਨ ਹੋਏ ਆ। ਤੇ ਸ਼ਹਿਬਾਜ਼ ਉਹਨਾਂ ਤੋਂ ਛੋਟੇ ਨੇ ਜੀ। ਇਹ ਪਹਿਲਾਂ ਪੰਜਾਬ ਦੇ ਚੀਫ ਮਿਨਿਸਟਰ ਹੁੰਦੇ ਸੀ, ਤੇ ਹੁਣ ਉਹਨਾਂ ਦਾ ਸੂਤ ਲੱਗ ਕੇ ਨਵਾਜ਼ ਸ਼ਰੀਫ ਬੈਠੇ ਆ ਲੰਡਨ, ਉਹਨਾਂ ਤੇ ਪਾਬੰਦੀਆਂ ਲਾਈਆਂ ਹੈ। ਵੈਸੇ ਕਹਿੰਦੇ ਆ ਵੀ ਈਦ ਤੋਂ ਬਾਅਦ ਉਹਨਾਂ ਨੇ ਜਾਣਾ ਪਾਕਿਸਤਾਨ, ਕਹਿੰਦੇ ਆ ਹੁਣ ਆ ਸਕਦੇ, ਕਿਉਂਕਿ ਹੁਣ ਇੱਕ ਤਾਂ ਉਹਨਾਂ ਦਾ ਭਰਾ ਬਣਿਆ ਪ੍ਰਾਈਮ ਮਿਨਿਸਟਰ। ਹਾਂਜੀ। ਤਾਂ ਦੂਸਰੀ ਕਹਿੰਦੇ ਨੇ ਸਈਆਂ ਬਏ ਥਾਣੇਦਾਰ ਅਬ ਡਰ ਕਾਹੇ ਕਾ। ਜੀ ਬਿਲਕੁਲ। ਸੋ ਇਸ ਕਰਕੇ ਉਹਨਾਂ ਜਾਣਗੇ। ਦੂਜਾ ਆਰਮੀ ਵਾਲਿਆਂ ਨਾਲ ਗੱਲਬਾਤ ਉਹਨਾਂ ਦੀ ਹੋ ਗਈ ਆ ਵੀ ਤੁਸੀਂ ਜਿਹੜਾ ਗੁੱਸਾ ਗਿਲਾ ਜਿਹਾ, ਪਹਿਲਾਂ ਉਹਨਾਂ ਨੇ ਪੰਗਾ ਵੈਸੇ ਨਵਾਜ਼ ਸ਼ਰੀਫ ਨੇ ਆਰਮੀ ਨਾਲ ਖੁਦ ਲਿਆ ਸੀ। ਉਹ ਕਿਵੇਂ? ਜਦੋਂ ਪਹਿਲਾਂ ਤਾਂ ਆਰਮੀ ਨੇ ਇਹਨਾਂ ਨੂੰ ਬਣਾਇਆ ਫਾਈਨੈਂਸ ਮਿਨਿਸਟਰ। ਹਾਂਜੀ। ਤੇ ਜਦੋਂ ਇਹ ਪ੍ਰਾਈਮ ਮਿਨਿਸਟਰ ਬਣ ਗਏ, ਪ੍ਰਾਈਮ ਮਿਨਿਸਟਰ ਬਣ ਜਾਂਦਾ ਜਿਹੜਾ ਇਸਲਾਮਾਬਾਦ ਦੇ ਵਿੱਚ, ਉਹਦੀ ਮਨ ਦੀ ਖਾਸ਼ ਹੁੰਦੀ ਕਿ ਮੈਂ ਸਭ ਕੁਝ ਕੰਟਰੋਲ ਕਰਾਂ, ਸੁਪਰੀਮ ਪਾਵਰ ਬਣ ਜਾਵਾਂ।
ਆਰਮੀ ਨੇ ਉੱਥੇ ਇੰਨਾ ਕੰਟਰੋਲ ਰੱਖਿਆ ਕਿ ਜਿਹੜੀ ਡਿਫੈਂਸ ਪਾਲਿਸੀ ਬਣਾਉਣੀ ਆ ਆਰਮੀ ਨੇ ਬਣਾਉਣੀ ਆ ਔਰ ਖਾਸ ਤੌਰ ਤੇ ਉਸ ਖਿੱਤੇ ਦੀ ਜਿਹੜੀ ਫੋਰਨ ਪਾਲਿਸੀ ਆ ਉਹ ਸਾਡੇ ਹੱਥ ਆ ਤੇ ਇਸ ਕਰਕੇ ਜੇ ਆਰਮੀ ਦੀਆਂ ਕੋਈ ਵੀ ਅਪਾਇੰਟਮੈਂਟ ਕਰਨੀਆਂ ਉਹ ਅਸੀਂ ਕਰਨੀਆਂ ਇਹਨਾਂ ਨੇ ਜਨਰਲ ਕਰਾਮਾਤ ਉਹ ਵਿਚਾਰੇ ਕਾਫੀ ਸ਼ਰੀਫ ਆਦਮੀ ਹੈ ਵੈਸੇ ਜਨਰਲ ਕਰਾਮਾਤ ਜਹਾਂਗੀਰ ਉਹਨਾਂ ਦੀ ਟਰਮ ਵਿੱਚ ਹੀ ਹਾਲੇ ਚੱਲਦੀ ਸੀ ਤੇ ਨਵਾਜ਼ ਸ਼ਰੀਫ ਨੂੰ ਲਾਤਾ ਇਮਾਨਦਾਰ ਸ਼ਰੀਫ ਆਦਮੀ ਬੰਦਾ ਸੀ ਇਹਨਾਂ ਨੇ ਜਨਰਲ ਪਰਵੇਜ਼ ਮੁਸ਼ਰਫ ਨੂੰ ਚੀਫ ਆਫ ਸਟਾਫ ਬਣਾਤਾ ਤੇ ਉਸੇ ਜਨਰਲ ਨੇ ਫੜ ਕੇ ਇਹਨਾਂ ਨੂੰ ਲਾਇਆ ਪ੍ਰਾਈਮ ਮਿਨਿਸਟਰ ਤੋਂ ਹਾਂਜੀ ਉਹਨਾਂ ਨੇ ਗੱਦੀਓਂ ਲਾਤਾ ਇਹਨਾਂ ਨੂੰ ਲਾਤਾ ਗੱਦੀਓਂ ਹਾਂਜੀ ਫਿਰ ਉਹ ਇਹਨੂੰ ਮਾਰਨ ਲੱਗੇ ਸੀ ਜੀ ਉਹ ਤਾਂ ਉਹਨਾਂ ਨੇ ਤਾਂ ਐਸਾ ਹੱਥਾਂ ਹੀ ਆਰਡਰ ਕਰਤੇ ਸੀ ਕਿ ਉਹਨੂੰ ਫੜ ਕੇ ਲੈ ਕੇ ਆਓ ਮੇਰੇ ਕੋਲ ਜੀ ਇਹਨਾਂ ਨੂੰ ਬਚਾਇਆ ਤਾਂ ਫਿਰ ਅਮਰੀਕਾ ਵਾਲਿਆਂ ਨੇ ਪਿੱਛੋਂ ਕਿਹਾ ਕਿ ਚੰਗੀ ਗੱਲ ਨਹੀਂ ਹੈ ਇਲੈਕਟਡ ਅਫੀਸ਼ੀਅਲ ਆ ਤੁਸੀਂ ਤੁਹਾਨੂੰ ਇੰਟਰਨੈਸ਼ਨਲੀ ਫਿਰ ਆਈਸੋਲੇਟ ਕਰਨਗੇ ਉਹਨਾਂ ਨੇ ਫਿਰ ਸਾਊਦੀ ਅਰੇਬੀਆ ਨੂੰ ਕਿਹਾ ਕਿ ਤੁਹਾਡੀ ਭਾਈਬੰਦੀ ਜ਼ਿਆਦਾ ਉਹਨਾਂ ਦੇ ਨਾਲ ਸਾਊਦੀ ਅਰੇਬੀਆ ਵਾਲਿਆਂ ਨੇ ਫਿਰ ਜਨਰਲ ਮੁਸ਼ਰਫ ਨੂੰ ਕਿਹਾ ਕਿ ਕੋਈ ਗੱਲ ਨਹੀਂ ਇਹਨਾਂ ਨੂੰ ਐਗਜ਼ਾਈਲ ਕਰ ਦਿਓ ਆਪਣੇ ਤੋਂ ਵਤਨੋਂ ਬਾਹਰ ਕੱਢ ਦਿਓ ਇਹਨਾਂ ਨੂੰ ਸਾਡੇ ਆ ਜਾਣਗੇ ਕੋਈ ਤਾਂ ਫਿਰ ਇਹ ਜਾ ਕੇ ਪਹਿਲਾਂ ਸਾਊਦੀ ਅਰੇਬੀਆ 'ਚ ਰਹੇ ਜੀ ਤੇ ਉਸ ਤੋਂ ਬਾਅਦ ਆਬਵੀਅਸਲੀ ਪੈਸੇ ਵਾਲੇ ਬੰਦੇ ਆ ਇਹਨਾਂ ਨੇ ਲੰਡਨ ਦੇ ਵਿੱਚ ਕਿਤੇ ਮਹਿੰਗੇ ਏਰੀਏ 'ਚ ਲਿਆਏ ਹੋਣੇ ਆ ਕੰਡੋਮੀਨੀਅਮ ਤੇ ਉੱਥੇ ਰਹਿੰਦੇ ਰਹੇ ਆ ਜੀ ਤੇ ਹੁਣ ਕਿਹਾ ਇਹ ਜਾਂਦਾ ਹੈ ਕਿ ਜੇ ਇਲੈਕਸ਼ਨ ਹੋਣਗੀਆਂ ਤੇ ਫਿਰ ਇਲੈਕਸ਼ਨ ਤੋਂ ਬਾਅਦ ਜਿਹੜੇ ਉੱਭਰ ਕੇ ਲੀਡਰ ਆਉਣਗੇ ਇਹਨਾਂ ਦੀ ਮੁਸਲਿਮ ਲੀਗ ਨੂਨ ਕਹਿੰਦੇ ਆ ਨੂਨ ਦਾ ਮਤਲਬ ਨਵਾਜ਼ ਸ਼ਰੀਫ ਹਾਂਜੀ ਤੇ ਇਹਨਾਂ ਦੀ ਬੇਟੀ ਆ ਮਰੀਮ ਜੀ ਮਰੀਮ ਬਣੂਗੀ ਪ੍ਰਾਈਮ ਮਿਨਿਸਟਰ ਜੀ ਲੱਗਦਾ ਇਹਨਾਂ ਕਿਆਸ ਰਾਈਆਂ ਤਾਂ ਸਾਰੇ ਇਹੀ ਲਾ ਰਹੇ ਆ ਕਿਆਸ ਰਾਈਆਂ ਇਹ ਲੱਗ ਰਹੀਆਂ ਬੇਨਜ਼ੀਰ ਭੁੱਟੋ ਪਹਿਲਾਂ ਸੀਗੇ ਪੀਪੀਪੀ ਉਹਨਾਂ ਚਿਰ ਹੀ ਸੀ ਜਿੰਨਾ ਚਿਰ ਬੇਨਜ਼ੀਰ ਭੁੱਟੋ ਸੀ ਜੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਕੰਮ ਖਤਮ ਜਿਹਾ ਹੋ ਗਿਆ ਉਹਨਾਂ ਦੇ ਹਸਬੈਂਡ ਆਏ ਪਾਵਰ ਦੇ ਵਿੱਚ ਪਰ ਉਹਨਾਂ ਨੂੰ ਇੰਟਰਨੈਸ਼ਨਲੀ ਕਿਹਾ ਜਾਂਦਾ ਸੀ ਕਿ ਮਿਸਟਰ 15% ਉਹ ਕਹਿੰਦੇ ਕਿ 15% ਹਰੇਕ ਪ੍ਰੋਜੈਕਟ ਤੋਂ ਲੈਂਦੇ ਸੀ ਤੇ ਉਹ ਕਾਫੀ ਦੌਲਤਮੰਦ ਬੰਦੇ ਆ ਤਾਂ ਵੀ ਹਰ ਪ੍ਰੋਜੈਕਟ ਚੋਂ 15% ਫੇਰ ਵੀ ਲੈਂਦੇ ਸੀ ਤੇ ਲੈਂਦੇ ਇਹ ਵੀ ਆ ਸ਼ਰੀਫ ਫੈਮਿਲੀ ਵੀ ਪੈਸੇ ਲੈਂਦੀ ਹੈ ਬੇਈਮਾਨ ਬੰਦੇ ਆ ਪਰ ਫਿਰ ਵੀ ਇਹਨਾਂ ਨੇ ਇਹ ਬਣਾਉਣ ਇਹਨਾਂ ਦੀ ਇੱਕ ਗੱਲ ਹੈ ਸ਼ਰੀਫ ਪਰਿਵਾਰ ਦੀ ਚਾਹੇ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਚਾਹੇ ਪ੍ਰਾਈਮ ਮਿਨਿਸਟਰ ਰਹੇ ਆ ਇਹਨਾਂ ਨੇ ਪ੍ਰੋਜੈਕਟ ਲਿਆਂਦੇ ਆ ਖਾਦੇ ਵੀ ਆ ਪਰ ਲਿਆਂਦੇ ਆ ਪ੍ਰੋਜੈਕਟ ਇਮਰਾਨ ਖਾਨ ਨੇ ਪ੍ਰੋਜੈਕਟ ਕੋਈ ਲਿਆਂਦਾ ਨਹੀਂ ਤੇ ਖਾਣਾ ਵੀ ਤਾਂ ਹੀ ਹੈ ਜੇ ਵਿੱਚ ਕੁਝ ਬਣਾਓਗੇ ਤਾਂ ਜੀ ਤੁਸੀਂ ਖਾਣਾ ਕਿੱਥੋਂ ਜੀ ਬਿਲਕੁਲ ਸੋ ਸ਼ਹਿਬਾਜ਼ ਬਣੇ ਨੇ ਹੁਣ ਉਹਨਾਂ ਦੇ ਪ੍ਰਾਈਮ ਮਿਨਿਸਟਰ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀਆਂ ਜੀ ਤਾਂ ਉਸ ਤੋਂ ਬਾਅਦ ਫਿਰ ਦੇਖਦੇ ਕੀ ਹੁੰਦਾ ਜੀ ਬਿਲਕੁਲ ਆਉਣ ਵਾਲਾ ਸਮਾਂ ਦੱਸੂਗਾ ਜੀ ਇਹ ਤਾਂ ਰੁਕ ਕਰਦੇ ਹਾਂ ਅਗਲੀ ਖਬਰ ਵੱਲ ਡਾਕਟਰ ਸਾਹਿਬ ਚਾਈਨਾ ਦੀ ਪ੍ਰਧਾਨਗੀ ਹੇਠ ਬ੍ਰਿਕਸ ਕੰਟਰੀਜ਼ ਦੇ ਫਾਈਨਾਂਸ ਮਿਨਿਸਟਰਸ ਤੇ ਸੈਂਟਰਲ ਬੈਂਕ ਗਵਰਨਰਸ ਦੀ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਬਾਰੇ ਵਿਸਥਾਰ ਨਾਲ ਆਪਣੇ ਸਰੋਤਿਆਂ ਨੂੰ ਦੱਸੋ ਚਾਈਨਾ ਨੇ ਇੱਕ ਇੰਸਟੀਟਿਊਸ਼ਨਸ ਕੁਝ ਬਣਾਈਆਂ ਰਸ਼ੀਆ ਦੇ ਨਾਲ ਰਲ ਕੇ ਹੁਣ ਤੁਸੀਂ IMF ਤਾਂ ਵਰਲਡ ਬੈਂਕ ਵੱਲ ਦੇਖਦੇ ਆ ਨਾ ਜੀ ਉਹ US ਨੇ ਕੰਟਰੋਲ ਕੀਤੀਆਂ ਹੈ ਜੀ US ਨੇ ਤਾਂ ਵੈਸਟਰਨ ਕੰਟਰੀਜ਼ ਨੇ ਹਾਂਜੀ ਬੋਰਡ ਆਫ ਡਾਇਰੈਕਟਰਸ ਜਿੰਨੇ IMF ਚ ਬੈਠੇ ਆ ਵਰਲਡ ਬੈਂਕ ਦੇ ਵਿੱਚ ਆ ਉਹ US ਦੇ ਆ ਤੇ ਵੈਸਟਰਨ ਯੂਰਪ ਦੇ ਆ ਚਾਈਨਾ ਨੇ ਕਿਹਾ ਕਿ ਇੰਟਰਨੈਸ਼ਨਲ ਸਾਨੂੰ ਵੀ ਕੋਈ ਬੈਂਕਿੰਗ ਸਿਸਟਮ ਚਾਹੀਦਾ ਜਿਹੜਾ ਇਹਨਾਂ ਤੋਂ ਇੰਡੀਪੈਂਡੈਂਟ ਹੋਵੇ ਹੁਣ ਉਹਨਾਂ ਨੇ ਇਹ ਕਨਸੈਪਟ ਕੱਢਿਆ ਸੀ ਬ੍ਰਿਕਸ ਦਾ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਜੀ ਇਹ 5 ਵੱਡੇ ਮੁਲਕ ਆ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ ਸਾਊਥ ਅਫਰੀਕਾ ਇੰਡੀਆ ਇਹ ਵੀ ਕਹਿੰਦੇ ਕਿ ਸਾਨੂੰ ਵੀਟੋ ਵਾਲੀ ਸਿਕਿਉਰਿਟੀ ਕਾਉਂਸਲ ਦੀ ਮੈਂਬਰਸ਼ਿਪ ਵੀ ਦਿਵਾਓ ਪਰ ਇਹ ਚਾਈਨਾ ਵਾਲੇ ਨਹੀਂ ਚਾਹੁੰਦੇ ਪਰ ਉਹ ਇਹਨਾਂ ਦੀਆਂ ਇਕਨੋਮੀਜ਼ ਨੂੰ ਨਾਲ ਰਲਾਉਣ ਦੇ ਵਿੱਚ ਚਾਈਨਾ ਵਾਲੇ ਤਾਂ ਨਹੀਂ ਸੀ ਹੱਕ 'ਚ ਇੰਡੀਆ ਦੇ ਪਰ ਰਸ਼ੀਆ ਵਾਲਿਆਂ ਨੇ ਜ਼ੋਰ ਪਾਇਆ ਕਿ ਜੇ ਤੁਸੀਂ ਇਕੱਠੇ ਕਰਨੇ ਤਾਂ ਫਿਰ ਇੰਡੀਆ ਵੀ ਨਾਲ ਹੋਣਾ ਚਾਹੀਦਾ ਜੀ
ਇਹ 5 ਮੁਲਕ, ਇਹਨਾਂ ਦੀ ਆਬਾਦੀ, ਦੁਨੀਆ ਦੀ ਆਬਾਦੀ, ਤੁਸੀਂ ਦੁਨੀਆ 'ਚ 195 ਮੁਲਕ ਆ। ਹਾਂਜੀ, ਸੌਰੀ 193 'ਚ 5 ਵੱਡੇ ਮੁਲਕ ਆ ਇਹ। ਸਾਰੀ ਦੁਨੀਆ ਦੀ ਆਬਾਦੀ ਜਿੰਨੀ ਵੀ ਆ, ਅੱਧੀ ਆਬਾਦੀ ਇਹਨਾਂ 5 'ਚ ਰਹਿੰਦੀ। ਹਾਂਜੀ, ਹੁਣ 40% ਲੋਕੀ ਤਾਂ ਇੰਡੀਆ, ਚਾਈਨਾ 'ਚ ਹੀ ਰਹਿੰਦੇ। ਜੀ ਬਿਲਕੁਲ, ਕਮ ਸੇ ਕਮ ਆਬਾਦੀ ਦੇ ਪੱਖੋਂ ਤਾਂ ਮਾੜੇ ਨਹੀਂ ਆ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਆਬਾਦੀ ਦੇ ਪੱਖੋਂ ਤਾਂ ਨਹੀਂ ਮਾੜੇ ਹੈਗੇ। ਇਕਨੋਮੀ ਦੇ ਪੱਖੋਂ ਵੀ ਇਹ ਵੱਡੇ ਮੁਲਕ ਆ। ਹਾਂਜੀ, 33% ਮਤਲਬ 1/3 ਜਿਹੜੀ ਇਕਨੋਮੀ ਦੁਨੀਆ ਦੀ ਆ, GDP, ਇਹਨਾਂ 5 ਮੁਲਕਾਂ ਦੇ ਕੋਲ ਆ। ਸੋ ਇਕਨੋਮੀ ਵੀ ਕਾਫੀ ਵੱਡੀ ਹੱਦ ਤੱਕ ਕੰਟਰੋਲ ਕਰਦੇ ਆ। ਔਰ ਉਹਨਾਂ ਦੇ ਵੱਡੀ ਗੱਲ ਸੀ ਹੁਣ ਦੀ ਮੀਟਿੰਗ ਦੇ ਵਿੱਚ ਇਹ ਕਿ ਇਹਨਾਂ 5 ਮੁਲਕਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਸੈਂਕਸ਼ਨ ਲਾਉਣੇ ਤੇ ਨਾ ਹੀ ਅਸੀਂ ਰਿਸਪੈਕਟ ਕਰਦੇ ਹਾਂ ਇਹਨਾਂ ਸੈਂਕਸ਼ਨ ਦੀ ਰਸ਼ੀਆ ਦੇ ਖਿਲਾਫ। ਵੈਸੇ ਜਿਹੜੀਆਂ ਸੈਂਕਸ਼ਨਸ ਲਾਈਨਾਂ ਵੀ ਆ ਨਾ ਵੈਸਟਰਨ ਕੰਟਰੀਜ਼ ਨੇ, ਜਿਹੜੇ ਹੁਣ ਇਹਦੇ ਨਾਲ ਬ੍ਰਿਕਸ ਵਾਲੇ ਕੰਟਰੀ ਆਪਾਂ ਹੁਣੇ ਮੈਂਸ਼ਨ ਤੁਸੀਂ ਕੀਤਾ ਆ, ਇਹ ਜ਼ਿਆਦਾ ਕਲੋਜ਼ ਆ ਗਏ ਆ ਇੱਕ ਦੂਸਰੇ ਦੇ। ਇਹ ਜ਼ਿਆਦਾ ਕਲੋਜ਼ ਆ ਗਿਆ। ਇੱਕ ਤਾਂ ਮੌਕਾ ਮਿਲ ਗਿਆ ਕਿ ਜਿਹੜੇ ਸੈਂਕਸ਼ਨ ਲਾਏ ਆ ਉਹ ਚੀਜ਼ਾਂ ਅਸੀਂ ਐਕਸਪੋਰਟ ਕਰ ਦੇਵਾਂਗੇ ਉਹਨਾਂ ਨੂੰ। ਹਾਂਜੀ, ਤੇ ਜੇ ਉਹਨਾਂ ਦੇ ਤੇਲ ਨਹੀਂ ਕੋਈ ਖਰੀਦਾ, ਅਸੀਂ ਸਸਤਾ ਖਰੀਦ ਲਵਾਂਗੇ। ਤੇਲ ਉਹਨਾਂ ਨੇ ਵੇਚਦੇ ਆ, ਕੋਲਾ ਉਹ ਵੇਚਦੇ ਆ, ਗੈਸ ਉਹ ਦਿੰਦੇ ਆ। ਇਹ ਇਦੋਂ ਵਧੀਆ ਮੌਕਾ ਕਦੋਂ ਆਉਣਾ ਜੀ? ਇਸ ਵੇਲੇ ਉਹ ਸਸਤਾ ਦੇ ਰਹੇ ਆ, ਔਰ ਦੇ ਵੀ ਉਹ ਇੰਡੀਆ ਵਾਲਿਆਂ ਨੂੰ ਰੁਪਈਏ 'ਚ ਦੇਣ ਲਈ ਤਿਆਰ ਆ, ਚੀਨ ਵਾਲਿਆਂ ਨੂੰ ਆਪਣੀ ਕਰੰਸੀ ਦੇ ਵਿੱਚ ਦੇਣ ਲਈ ਤਿਆਰ ਆ, ਬ੍ਰਾਜ਼ੀਲ ਵਾਲਿਆਂ ਨੂੰ ਆਪਣੀ ਕਰੰਸੀ। ਤੁਹਾਨੂੰ US ਡਾਲਰ ਦੀ ਵੀ ਲੋੜ ਨਹੀਂ ਹੈ। ਹਾਂਜੀ, ਸੋ ਇਹਨਾਂ ਲਈ ਮੌਕਾ ਵੀ ਆ ਨਾ। ਇਸ ਵੇਲੇ ਮੌਕਾ ਵਧੀਆ ਹੈ ਕਿ ਜੇ ਤੁਸੀਂ ਸੈਂਕਸ਼ਨ ਲਾਉਣੇ ਤਾਂ ਅਸੀਂ ਨਹੀਂ ਲਾਉਣੇ, ਸਾਨੂੰ ਫਾਇਦਾ ਹੈ। ਗੋਲਡਨ ਚਾਂਸ ਹੈ। US ਵਾਲੇ ਵੀ ਤਾਂ ਉਹੀ ਸੈਂਕਸ਼ਨ ਲਾਉਂਦੇ ਆ ਜਿਹੜੇ ਜਿੱਥੇ ਇਹਨਾਂ ਨੂੰ ਫਾਇਦਾ ਨਹੀਂ ਹੈ, ਆਪਣੇ ਹਿੱਤ ਨੂੰ ਧਿਆਨ 'ਚ ਰੱਖ ਕੇ ਲਾਉਂਦੇ। ਆਪਣੇ ਹਿੱਤ ਨੂੰ ਧਿਆਨ ਲਾ, ਇਹੀ ਗੱਲ ਕੈਨੇਡਾ ਵਾਲੇ ਕਰ ਰਹੇ ਆ। ਤਾਂ ਹੀ ਯੂਰਪੀਅਨ ਯੂਨੀਅਨ 'ਚ ਰੌਲਾ ਪਿਆ ਆ। ਹਾਂਜੀ, ਵੀ ਸਾਨੂੰ ਇਹਨਾਂ ਨੇ ਫਸਾਤਾ ਗੱਬੇ, ਸਾਨੂੰ ਕਹਿ ਰਹੇ ਸੈਂਕਸ਼ਨ ਲਾ ਦਿਓ, ਸਾਡਾ ਗੈਸ ਮਹਿੰਗਾ ਹੋ ਗਿਆ, ਸਾਡੀ ਪੈਟਰੋਲ ਮਹਿੰਗਾ ਹੋ ਗਿਆ, ਸਾਰੀਆਂ ਚੀਜ਼ਾਂ। ਸਫ਼ਰ ਅਸੀਂ ਕਰ ਰਹੇ ਹਾਂ, ਮਜ਼ੇ ਇਹ ਲੈ ਰਹੇ। ਹਾਂਜੀ, ਬਿਲਕੁਲ। ਸੋ ਤੁਸੀਂ ਦੇਖੋ ਕਿ ਕੈਂਡੀਡੇਟ ਵੀ ਉਹ ਜਿੱਤਿਆ ਉੱਥੇ ਜਿਹੜਾ ਇਹ ਕਹਿ ਰਿਹਾ ਵੀ ਭਾਈ ਲੜਾਈ ਬੰਦ ਕਰੋ। ਹਾਂਜੀ, ਜਿਹੜੇ PP ਲੈ ਕੇ ਫਿਰਦੇ ਸੀ ਉਹ ਸਾਰੇ ਹਾਰ ਗਏ। ਜੀ ਬਿਲਕੁਲ, ਜਿਹੜੇ ਬਲਦੀ ਤੇ ਤੇਲ ਦਾ ਕੰਮ ਕਰਦੇ ਸੀ ਹਾਰ ਗਏ ਸਾਰੇ। ਇਹਦੇ ਬਾਵਜੂਦ ਵੀ ਕਿ ਉਸ ਬੰਦੇ ਨੇ 5 ਸਾਲ ਦੁਖੀ ਕਰ ਰੱਖੇ ਫਰਾਂਸ ਦੇ ਲੋਕੀ। 5 ਸਾਲ ਦਾ ਫਰਾਂਸ ਦੇ ਲੋਕਾਂ ਨੇ ਕਾਫੀ ਸਫਰ ਕੀਤਾ, ਸੋਚਦੇ ਸੀਗੇ ਵੀ ਇਹਨੂੰ ਮੁੜ ਕੇ ਨਹੀਂ ਸੱਤਾ 'ਚ ਲੈ ਕੇ ਆਉਣਾ, ਪਰ ਹੁਣ ਲੈ ਆਂਦਾ ਸਿਰਫ ਇਸ ਕਰਕੇ ਵੀ ਚੱਲ ਇਹ ਅਕਲ ਦੀ ਗੱਲ ਤਾਂ ਕਰਦਾ। ਹੁਣ ਉਹਨਾਂ ਨੂੰ ਹੈਗਾ ਵੀ ਅਮਨ ਸ਼ਾਂਤੀ ਦੀ ਗੱਲ ਕਰ ਰਿਹਾ ਇਨਸਾਨ ਕੋਈ, ਤਾਂ ਫਿਰ ਉਹ ਤਾਂ ਕਰਕੇ ਉਹਨਾਂ ਦਾ ਅਕਸ ਸੁਧਰ ਗਿਆ। ਤੁਸੀਂ ਇਹ ਦੇਖ ਲਓ, ਸਿਰਫ ਅਮਨ ਸ਼ਾਂਤੀ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਇਹਦੇ ਨਾਲ, ਜਿਹੜੇ ਉਹਦੇ ਪਿਛਲੇ ਕਹਿ ਲੈਂਦੇ ਕਿ ਸਾਰੇ ਗੁਨਾਹ ਮਾਫ, ਲੋਕਾਂ ਨੇ ਕੋਈ ਧਿਆਨ ਨਹੀਂ ਕੀਤਾ। ਦੇਖ ਲਓ, ਇਲੈਕਸ਼ਨ ਕੈਨ ਬੀ ਡਿਸਾਈਡਡ ਬਾਈ ਵਨ ਇਸ਼ੂ। ਜੀ ਬਿਲਕੁਲ ਬਿਲਕੁਲ। ਪਤਾ ਨਹੀਂ ਹੁਣ ਨਾ ਲੋਕਾਂ ਨੇ ਜਿਹੜੇ ਕਿਹੜੀ ਗੱਲ ਨੂੰ ਲੈ ਕੇ ਲੋਕਾਂ ਤੇ ਅਸਰ ਹੋ ਜਾਣਾ ਕਿਸ ਚੀਜ਼ ਦਾ ਨਾ, ਇਹ ਹੁੰਦਾ ਕਿ ਸਮੇਂ ਦੀ ਨਜ਼ਾਕਤ ਹੁੰਦੀ ਹੈ, ਸਮੇਂ ਦੇ ਹਿਸਾਬ ਦੇ ਨਾਲ ਕੁਝ ਨਹੀਂ ਪਤਾ ਹੁੰਦਾ। ਕਿਸੇ ਨੇ ਸੋਚਿਆ ਹੈ ਨਹੀਂ ਸੀ ਵੈਸੇ ਵੀ ਇਹੋ ਜਿਹਾ ਰਿਜ਼ਲਟ ਆਊਗਾ, ਪਰ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ। ਗੱਲ ਇੱਕ ਨੁਕਤੇ ਤੇ ਮੁੱਕਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਕਾਫੀ ਜ਼ਿਆਦਾ ਦੁਖੀ ਨੇ, ਉਹਨਾਂ ਦਾ ਦਿਲ ਬਹੁਤ ਜ਼ਿਆਦਾ ਦੁੱਖ ਗਿਆ। ਹੁਣ ਤੁਸੀਂ ਪੁੱਛੋਗੇ ਵੀ ਉਹਨਾਂ ਦਾ ਦਿਲ ਕਿਵੇਂ ਦੁੱਖ ਗਿਆ? ਆਬਵੀਅਸਲੀ ਕਿਸੇ ਨੇ ਦਿਖਾਤਾ। ਹੁਣ ਤੁਹਾਡੇ ਦਿਮਾਗ 'ਚ ਸਵਾਲ ਆਊਗਾ ਵੀ ਹੁਣ ਜ਼ੈਲੈਂਸਕੀ ਦਾ ਦਿਲ ਕਿਹਨੇ ਦਿਖਾਇਆ? ਐਕਚੁਅਲੀ ਨਾ ਯੂਰਪੀਅਨ ਯੂਨੀਅਨ ਦੇ ਇੱਕ ਪੋਲੀਟੀਸ਼ੀਅਨ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਜ਼ੈਲੈਂਸਕੀ ਨੂੰ ਕਿਹਾ ਵੀ ਜਿਹੜੀ ਇਹ ਲੜਾਈ ਆ, ਇਹ ਜਿਹੜਾ ਯੁੱਧ ਹੈ ਅਸਲ ਦੇ ਵਿੱਚ ਕਿਤੇ ਸਟੇਜ ਤਾਂ ਨਹੀਂ ਹੈਗਾ। ਜ਼ੈਲੈਂਸਕੀ ਕਹਿੰਦੇ ਕਿ ਡਰਾਮਾ ਤਾਂ ਨਹੀਂ। ਜ਼ੈਲੈਂਸਕੀ ਕਹਿੰਦੇ ਉਹਨਾਂ ਦੀ ਇਸ ਗੱਲ ਨੇ ਮੇਰਾ ਇੰਨਾ ਜ਼ਿਆਦਾ ਦਿਲ ਦਿਖਾਤਾ, ਮੈਨੂੰ ਇੰਨੀ ਜ਼ਿਆਦਾ ਨਿਰਾਸ਼ਾ ਹੋਈ ਆ ਨਾ, ਮੈਂ ਦੱਸ ਹੀ ਨਹੀਂ ਸਕਦਾ। ਹੁਣ ਤੁਸੀਂ ਦੱਸੋ ਆਪਣੇ ਸਰੋਤਿਆਂ ਨੂੰ ਵੀ ਹੈ ਕੀ ਸੀ ਪੂਰਾ ਮਾਜਰਾ? ਉਹਨਾਂ ਨੇ ਕੰਟਰੀ ਦਾ ਨਾਂ ਤਾਂ ਨਹੀਂ ਦੱਸਿਆ ਉਹਨਾਂ ਨੇ, ਪਰ ਕਿਹਾ ਹੋਣਾ ਕਿਸੇ ਨੇ, ਕਿਉਂਕਿ ਯੂਰਪੀਅਨ ਯੂਨੀਅਨ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਨਾ ਇਸ ਵੇਲੇ। ਯੂਰਪੀਅਨ ਯੂਨੀਅਨ ਦੇ ਕਈ ਮੈਂਬਰਸ ਜਿਹੜੇ ਆ ਸੈਂਕਸ਼ਨ ਤੋਂ ਦੁਖੀ ਆ, ਲੜਾਈ ਤੋਂ ਦੁਖੀ ਆ, ਔਰ ਕਿਸੇ ਨੇ ਕਹਿਤਾ ਕਿ ਲੜਾਈ ਸੱਚੀ ਲੱਗੀ ਹੈ ਕਿ ਐਵੇਂ ਡਰਾਮਾ ਹੀ ਆ ਜੀ। ਤਾਂ ਉਹ ਜ਼ੈਲੈਂਸਕੀ ਨੂੰ ਕਹਿ ਰਿਹਾ ਵੀ ਗੁੱਸਾ ਤਾਂ ਲੱਗਾ ਕਿ ਸਾਡੇ ਤਾਂ ਬੰਦੇ ਮਾਰ ਰਹੇ ਇੱਥੇ।
ਹਾਂਜੀ ਇੰਨਾ ਨੁਕਸਾਨ 4 ਮਿਲੀਅਨ ਲੋਕੀ ਤਾਂ ਰੈਫਿਊਜੀਜ਼ ਬਣ ਗਏ ਜੀ, ਹਜ਼ਾਰਾਂ ਬੰਦੇ ਮਰੇ ਹੋਣੇ ਤੇ ਉਹ ਬੰਦਾ ਕਹਿ ਰਿਹਾ ਕਿ ਮਰੇ ਜਿਹੜੇ ਬੰਦੇ ਆ ਠੀਕ ਗੱਲ ਹੀ ਆ ਕਿ ਇਹਨਾਂ ਦੀ ਕੋਈ ਸਬੂਤ ਵੀ ਹੈਗਾ। ਹਾਂਜੀ ਐਕਚੁਅਲੀ ਉਹਨਾਂ ਨੇ ਜ਼ੈਲੈਂਸਕੀ ਨੂੰ ਕਿਹਾ ਕਿ ਤੁਸੀਂ ਪ੍ਰੂਫ ਦਿਖਾ ਸਕਦੇ ਹੋ ਜੀ। ਸੋ ਉਹਨੂੰ ਹੁਣ ਪਤਾ ਲੱਗਾ ਪੋਲਿਟਿਕਸ 101 ਕੀ ਹੁੰਦੀ ਹੈ ਕਿ ਹਰ ਇੱਕ ਦੇਸ਼ ਦੇਖਦਾ ਹੈ ਕਿ ਸਾਡੇ ਇੰਟਰਸਟ ਕੀ ਆ, ਹਾਂਜੀ ਸਾਡੇ ਹਿੱਤ ਦੇ ਵਿੱਚ ਕੀ ਆ, ਕਿਉਂਕਿ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਵੀ ਇਲੈਕਸ਼ਨ ਲਾਣੀਆਂ ਨਾ ਜੀ। ਜੇ ਉਹਨਾਂ ਦੇ ਲੋਕੀ ਦੁਖੀ ਹੋਏ ਆ ਜਿੱਦਾਂ ਹੁਣ ਫਰਾਂਸ ਦੇ ਵਿੱਚ ਹੋ ਗਿਆ ਸੀ ਤੇ ਉਹ ਕੀ ਮੂੰਹ ਦਿਖਾਲਣ ਜੋਗੇ ਹੋਣਗੇ। ਕਈਆਂ ਨੂੰ ਤਾਂ ਸ਼ੱਕ ਆ ਉਹ ਪਿਊਟਨ ਦੇ ਨਾਲ ਜਿੱਦਾਂ ਰਸ਼ੀਆ ਵਾਲੇ ਜਿੱਦਾਂ ਅਮਰੀਕਾ ਵਾਲੇ ਦੇਖਦੇ ਆ ਨਾ, ਇਹ ਤਾਂ ਰਾਈਵਲ ਦੇਖਦੇ ਆ ਕਿਉਂਕਿ ਇਹ ਵੱਡੀ ਪਾਵਰ ਹੈ। ਇਹਨਾਂ ਨੇ 91 ਦੇ ਵਿੱਚ ਇੱਕ ਪੇਪਰ ਕੱਢਿਆ ਸੀ ਕਿ ਹੁਣ ਤੋਂ ਬਾਅਦ ਅਸੀਂ ਕੋਈ ਵੀ ਕਿਸੇ ਸੁਪਰ ਪਾਵਰ ਨੂੰ ਮਾਨਤਾ ਨਹੀਂ ਦੇਵਾਂਗੇ ਤੇ ਨਾ ਹੀ ਕਿਸੇ ਪਾਵਰ ਨੂੰ ਸੁਪਰ ਪਾਵਰ ਬਣ ਦਿਆਂਗੇ। ਪਰ ਇਹ ਤਾਂ ਤੁਹਾਡੇ ਮਨ ਦੀ ਖਾਹਿਸ਼ ਹੈ ਨਾ, ਤੁਹਾਡੇ ਮਨ ਦੀ ਖਾਹਿਸ਼ਾਂ ਨਾਲ ਤਾਂ ਸੰਸਾਰ ਨਹੀਂ ਚੱਲਦਾ ਜੀ। ਹੁਣ ਤੁਸੀਂ ਚਾਹੁੰਦੇ ਆ ਕਿ ਦੁਨੀਆ ਇਦਾਂ ਹੀ ਰਵੇ ਜਿੱਦਾਂ ਕੋਈ ਬੰਦਾ ਇੱਕ ਵਾਰੀ MLA ਬਣ ਗਿਆ, ਹੁਣ ਕਹਿੰਦਾ ਬਾਕੀ ਦੇ ਸਾਰੇ ਮਰ ਜਾਣ, ਮੈਂ ਹੀ ਇਕੱਲਾ ਇੱਥੇ ਘੁੰਮਾਂ। ਪਰ ਇਦਾਂ ਪੰਜਾਬੀ ਦੀ ਕਹਾਵਤ ਹੈ ਨਾ, ਕਾਵਾਂ ਦੇ ਕਹੇ ਢੱਗੇ ਨਹੀਂ ਮਰਦੇ ਹੁੰਦੇ। ਹਾਂਜੀ। ਸੋ ਲੋਕੀ ਜਿਹੜੀਆਂ ਸੁਪਰ ਪਾਵਰਸ ਉੱਠੀਆਂ, ਚਾਹੇ ਚਾਈਨਾ ਉੱਠ ਖੜੇ, ਚਾਹੇ ਇੰਡੀਆ ਉੱਠ ਖੜੇ, ਬ੍ਰਾਜ਼ੀਲ ਆ, ਸਾਊਥ ਅਫਰੀਕਾ ਆ, ਰਸ਼ੀਆ ਅਜੇ ਵੀ ਮੇਜਰ ਪਾਵਰ ਹੈ, ਉਹਨੂੰ ਜੈਲਸਟਨ ਦੇ ਥਰੂ ਇਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਗੱਲ ਬਣੀ ਨਹੀਂ। ਤੇ ਯੂਰਪੀਅਨ ਯੂਨੀਅਨ ਦੇ ਉਹ ਮੁਲਕ ਜਿਹੜੇ ਐਡੀ ਵੱਡੀ ਮਿਲਟਰੀ ਪਾਵਰ ਤਾਂ ਨਹੀਂ ਉਹ, ਪਰ ਕਮ ਸੇ ਕਮ ਇਕਨੋਮੀ ਦੇ ਤੌਰ ਤੇ ਉਹ ਠੀਕ ਹੈ। ਹਾਂਜੀ। ਔਰ ਉਹਨਾਂ ਦਾ ਰਸ਼ੀਆ ਦੇ ਨਾਲ ਨਾਤਾ ਵੀ ਆ ਕਿਉਂਕਿ ਉਹ ਟ੍ਰੇਡ ਕਰਦੇ ਆ। ਰਸ਼ੀਆ ਇੱਕ ਵੱਡਾ ਮੁਲਕ ਹੈ, ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਭੇਜਦੇ ਆ ਉਹਨਾਂ ਨੂੰ ਕਾਫੀ ਵੱਡੀ ਮਾਰਕੀਟ ਆ। ਜਿਹੜੀ ਵੀ ਕੋਈ ਕੰਪਨੀ ਆ ਉਹ ਤਾਂ ਉਹਨੂੰ ਤਾਂ ਬੰਦੇ ਹੀ ਦਿੰਦੇ ਆ। ਜਨਰਲ ਮੋਟਰਸ ਨੂੰ ਤਾਂ ਹੀ ਉਹ ਖੁਸ਼ ਹੈ। ਮੈਂ ਇੱਕ ਵਾਰੀ ਇੱਥੇ ਵੈਸਟ ਦੇ ਵਿੱਚ ਇੱਕ ਸੰਸਥਾ ਨੂੰ ਸੰਬੋਧਨ ਕਰਨ ਗਿਆ, ਇਮੀਗ੍ਰੇਸ਼ਨ ਪਾਲਿਸੀ ਦੀ ਗੱਲ ਕਰਦੇ ਸੀ ਤੇ ਇਹ ਸੀਗੇ ਟੌਪ ਦੇ ਬਿਜ਼ਨਸਮੈਨ ਬੈਠੇ ਜਿਹੜੇ ਤੇ ਉਹਨਾਂ ਨੇ ਮੈਨੂੰ ਲੰਚਨ ਤੇ ਸੱਦਿਆ। ਮੈਂ ਕਿਹਾ ਵੀ ਇਹ ਕੋਈ ਤਕਰੀਬਨ 1 ਮਿਲੀਅਨ ਬੰਦੇ ਆ ਜਾਂਦੇ ਇੱਥੇ। ਉੱਥੇ ਹਰ ਇੱਕ ਬੰਦਾ ਜਿਹੜਾ ਸੀ ਨਾ, ਉਹ ਸਾਰੇ ਬੰਦੇ ਇਹ ਕਹਿ ਰਹੇ ਵੀ ਸਾਨੂੰ 2-3 ਮਿਲੀਅਨ ਕਿਉਂ ਨਹੀਂ ਬੰਦਾ ਸਾਦੇ ਅਸੀਂ। ਮੈਂ ਕਿਹਾ ਮੈਂ ਤਾਂ ਫੈਸਲਾ ਨਹੀਂ ਕਰਦਾ, ਮੈਂ ਤਾਂ ਤੁਹਾਨੂੰ ਦੱਸ ਹੀ ਰਿਹਾ ਵੀ ਪਾਲਿਸੀ ਜਿਹੜੀ ਆ ਉਹ ਆ ਵੀ ਇੰਨੇ ਕੁ ਬੰਦੇ ਅਸੀਂ ਸਾਦੇ ਹਾਂ। ਹਾਂਜੀ। ਇਹ ਬੰਦੇ ਬਿਜ਼ਨਸਮੈਨ ਜਿਹੜੇ ਆ, ਹੁਣ ਤੁਸੀਂ ਇੱਕ ਦੇਖੋ ਕਿ ਇੱਕ ਬਿਜ਼ਨਸ ਵਾਲੇ ਜਿਹੜੇ ਕੋਈ ਕਾਰਾਂ ਬਣਾਉਂਦਾ ਫਾਰ ਐਗਜ਼ਾਮਪਲ, ਹੁਣ 37 ਮਿਲੀਅਨ ਹੈ, 37 ਮਿਲੀਅਨ ਲੋਕ ਕਾਰਾਂ ਖਰੀਦਦੇ। ਜੇ 74 ਮਿਲੀਅਨ ਹੋਣ ਤਾਂ ਜ਼ਿਆਦਾ ਖਰੀਦਣਗੇ। ਉਹ ਤਾਂ ਇਸ ਤਰੀਕੇ ਨਾਲ ਦੇਖਦੇ ਨਾ। ਹਾਂਜੀ। ਤੇ ਯੂਰਪੀਅਨ ਯੂਨੀਅਨ ਦੇ ਮੁਲਕ ਦੇ ਜਿਹੜੇ ਆ ਲੀਡਰਸ ਆ ਉਹ ਵੀ ਇਦਾਂ ਹੀ ਦੇਖਦੇ ਆ। ਯੂਕਰੇਨ ਨਾਲੋਂ ਵੱਡੀ ਮਾਰਕੀਟ ਹੈ ਰਸ਼ੀਆ, ਉਹਨਾਂ ਤੋਂ ਜੇ ਚੀਜ਼ਾਂ ਲੈਂਦੇ ਆ, ਜਿੱਦਾਂ ਪਿਛਲੇ ਦਸੰਬਰ ਦੇ ਵਿੱਚ ਹੀ ਹਜੇ ਕੰਪਲੀਟ ਕੀਤੀ ਇਹਨਾਂ ਨੇ ਨੋਰਡ 2। ਹਾਂਜੀ। ਜਰਮਨੀ ਨੂੰ ਸਿੱਧੀ, ਜਰਮਨੀ ਦੀਆਂ ਕੰਪਨੀਆਂ ਵੀ ਰਲੀਆਂ ਆ ਨਾਲ, ਤਾਂ ਉਹ ਸ਼ੈਂਪੇਨ ਖੋਲੀ ਬੈਠੇ ਸੀ ਉਦੋਂ, ਬਹੁਤ ਖੁਸ਼ੀ ਮਨਾ ਰਹੇ ਸੀ ਵੀ ਸਾਡੇ ਸਿੱਧੀ ਗੈਸ ਪਾਈਪਲਾਈਨ ਆ ਗਈ ਹੈ, ਹੁਣ ਸਾਨੂੰ ਗੈਸ ਦੀ ਕੋਈ ਘਾਟ ਨਹੀਂ ਰਹਿਣੀ। ਗੈਸ ਅਜੇ ਵੀ ਜਿਹੜੀ ਨੈਚੁਰਲ ਗੈਸ ਆ ਇਹਦੀ ਅਜੇ ਬਹੁਤ ਮਹੱਤਤਾ ਆ। ਹਾਂਜੀ। ਲੋਕਾਂ ਨੂੰ ਹੀਟ ਕਰਦੀ ਆ, ਸਭ ਕੁਝ ਕਰਦੀ ਆ ਤੇ ਇਹਦੇ ਵੱਡੇ ਕੰਜ਼ਿਊਮਰਸ ਆ। ਜਿਹੜੀਆਂ ਚੀਜ਼ਾਂ ਉਹ ਬਣਾਉਂਦੇ ਨੇ ਉੱਥੇ ਉਹ ਜਾਂਦੀਆਂ ਰਸ਼ੀਆ ਨੂੰ। ਸੋ ਉਹ ਚਾਹੁੰਦੇ ਨਹੀਂ ਜਿੱਦਾਂ ਅਮਰੀਕਾ ਵਾਲੇ ਜਾਂ ਕੈਨੇਡਾ ਵਾਲੇ ਪੀਪੀ ਲਈ ਫਿਰਦੇ ਨਾ, ਉਹ ਨਹੀਂ ਚਾਹੁੰਦੇ ਕਿ ਇਹ ਕੁਛ ਹੋਵੇ ਇੱਥੇ। ਇਸ ਕਰਕੇ ਉਹਨਾਂ ਨੂੰ ਇਸ ਗੱਲ ਤੇ ਵੀ ਸ਼ੱਕ ਸੀ ਵੀ ਤੁਸੀਂ ਲੜਾਈ ਕਹੀ ਜਾਂਦੇ ਆ, ਇਸ ਕਰਕੇ ਤਾਂ ਨਹੀਂ ਕਹੀ ਜਾਂਦੇ ਵੀ ਪੈਸੇ ਲੈਣੇ ਹੁੰਦੇ ਆ। ਕਈ ਵਾਰੀ ਅਮਰੀਕਾ ਦੇ ਕੋਲੋਂ ਪੈਸੇ ਲੈਣੇ ਹੋਣੇ ਜਾਂ ਨੇਟੋ ਦੇ ਮੈਂਬਰ ਬਣਨ ਦੀ ਰੌਲਾ ਪਾਇਆ ਹੈ ਵੀ ਸੱਚੀ ਦੀ ਲੜਾਈ ਹੋ ਰਹੀ ਕਿ ਡਰਾਮਾ ਹੀ ਕਰਦੇ ਆ। ਇਹ ਮਤਲਬ ਐਰੋਗੈਂਸ ਵੀ ਆ ਕਿਸੇ ਲੀਡਰ ਦੀ। ਹਾਂਜੀ। ਕਿ ਉਹਨੂੰ ਲੜਾਈ ਦਿਸਦੀ ਨਹੀਂ ਬੰਦੇ ਨੂੰ। ਰਸ਼ੀਆ ਵਾਲੇ ਖੁਦ ਵੀ ਕਹਿੰਦੇ ਵੀ ਅਸੀਂ ਹਮਲਾ ਕਰਤਾ। ਹਾਂਜੀ। ਇਹ ਨਹੀਂ ਹੈ ਕਿ ਉਹਨਾਂ ਨੇ ਲੁਕੋ ਕੇ ਕੀਤਾ। ਟੈਂਕਾਂ ਦੇ ਨਾਲ
ਤੁਸੀਂ ਇਹਦਾ ਹੀ ਤਾਂ ਲੜਾਈ ਹੈ ਨਹੀਂ ਵੀ ਟੈਂਕਾਂ ਦਾ ਪਤਾ ਨਾ ਲੱਗੇ। ਜੀ ਜੀ ਜੀ, ਉਹਨਾਂ ਦੇ ਮਿਸਲਾਂ ਮਾਰਦੇ ਆ, ਉਹਨਾਂ ਦੇ ਤਬਾਹੀ ਹੋ ਰਹੀ ਆ। ਕੀਵ ਦੇ ਵਿੱਚ ਤਬਾਹੀ ਹੋਈ, ਉਹਨਾਂ ਦਾ ਈਸਟਰਨ ਪਾਰਟ ਸਾਰਾ ਹੀ ਟੇਕ ਓਵਰ ਕੀਤਾ ਹੈ ਰਸ਼ੀਆ ਨੇ। ਜੀ ਬਿਲਕੁਲ। ਪਰ ਉਹਦੇ ਲੈਸਨ ਜ਼ਰੂਰ ਕੁਝ ਮਿਲੇ ਆ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ। ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਸੀ ਕਿ ਇਹਨਾਂ ਨੂੰ ਜਿਹੜੀਆਂ ਹੁਣ ਗੱਲਾਂ ਕਰਦੇ ਨੇ ਇਹ ਗੱਲਾਂ ਇੱਕ ਅਸੀਂ ਕਹਿੰਦੇ ਹੁੰਦੇ ਪੋਲੀਟਿਕਸ 101 ਕਹਿੰਦੇ ਹੁੰਦੇ ਵੀ ਉਹ ਉਹਨਾਂ ਨੂੰ ਸਿਖਾਉਣੀਆਂ ਚਾਹੀਦੀਆਂ। ਜਿਹੜਾ ਕੋਈ ਨਵਾਂ ਸਟੂਡੈਂਟ ਆਇਆ ਗ੍ਰੇਡ 12 ਕਰਕੇ ਤੇ ਇਹ ਇੱਕ ਲੜਾਈ ਪਾ ਕੇ ਸਿੱਖ ਰਹੇ ਹੁਣ। ਜੀ ਬਿਲਕੁਲ। ਡਾਕਟਰ ਸਾਹਿਬ ਸਮਾਂ ਹੋ ਗਿਆ ਜੀ ਅੱਜ ਦੇ ਵਿਚਾਰ ਦਾ, ਤੇ ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਦੱਸ ਦਿਓ। ਅੱਜ ਦਾ ਵਿਚਾਰ ਹੈ ਜੀ, ਚੰਗਾ ਕਰੋ ਤਾਂ ਭੁੱਲ ਜਾਵੋ, ਮਾੜਾ ਕਰੋ ਤਾਂ ਯਾਦ ਰੱਖੋ। ਜੀ ਬਿਲਕੁਲ, ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਆਪਣੀ ਫੀਡਬੈਕ ਤੁਸੀਂ ਜ਼ਰੂਰ ਦੇਣਾ। ਤੁਸੀਂ ਕਾਲ ਕਰਕੇ ਦੱਸ ਸਕਦੇ ਹੋ 6045929191 ਤੇ 6045929191 ਹੈ ਜੀ ਸਟੂਡੀਓ ਦਾ ਫੋਨ ਨੰਬਰ। ਇਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰਕੇ ਦੱਸ ਸਕਦੇ ਹੋ। ਫੇਸਬੁੱਕ ਪੇਜ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ, ਟਵਿੱਟਰ ਹੈ ਜੀ @ਰੇਡੀਓ ਇੰਡੀਆ 1110 ਤੇ ਇੰਸਟਾਗ੍ਰਾਮ ਵੀ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca info@radioindia.ca। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। Have a great day.